ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਬੇਟਾ, ਜਿਹੜੀਆਂ ਪੋਸਟਾਂ ਆਈਆਂ ਹੋਈਆਂ ਆਪਣੀਆਂ ਪੰਜਾਬ ਪੁਲਿਸ ਦੀਆਂ ਟੈਕਨੀਕਲ ਐਂਡ ਸਪੋਰਟ ਸਰਵਿਸਿਜ਼ ਕੇਡਰ ਦੇ ਵਿੱਚ, ਉਹਦਾ ਸਿਲੇਬਸ ਕਾਫੀ ਜ਼ਿਆਦਾ ਹੈਗਾ ਤੇ ਉਹਦੇ ਵਿੱਚ ਆਪਾਂ ਅੱਜ ਸਟਾਰਟ ਕਰਨ ਜਾ ਰਹੇ ਹਾਂ ਫਸਟ ਕਲਾਸ, ਜਿਹਦੇ ਵਿੱਚ ਆਪਾਂ ਕਰਾਂਗੇ ਸਿਕੁਅਲ ਸਰਵਰ। ਠੀਕ ਹੈ, ਸਿਕੁਅਲ ਦੀ ਆਪਾਂ ਇੰਟਰੋਡਕਸ਼ਨ ਕਰਾਂਗੇ ਅੱਜ। ਇਹ ਮੈਂ ਸਿਕੁਅਲ ਤਾਂ ਸਟਾਰਟ ਕੀਤਾ ਵੀ ਜਿਹੜਾ ਸਿਕੁਅਲ ਹੈਗਾ ਰਾਜੇ ਕੋਮਨ ਹੈ। ਤੁਸੀਂ ਮੰਨ ਲਓ ਤੁਸੀਂ ਕੋਈ ਵੀ ਆਪਸ਼ਨ ਸਿਲੈਕਟ ਕਰਦੇ ਹੋ, ਕੋਈ ਵੀ ਸਪੈਸ਼ਲਾਈਜੇਸ਼ਨ ਸਿਲੈਕਟ ਕਰਦੇ ਹੋ, ਉਹਦੇ ਵਿੱਚ ਤੁਹਾਨੂੰ ਸਿਕੁਅਲ ਪੜ੍ਹਨਾ ਹੀ ਪੈਣਾ। ਤਾਂ ਆਪਾਂ ਸਭ ਤੋਂ ਪਹਿਲਾਂ ਉਹ ਚੀਜ਼ ਕਵਰ ਕਰਾਂਗੇ ਜਿਹੜੀ ਕੋਮਨ ਹੋਊਗੀ। ਮੈਕਸਿਮਮ ਟੂ ਮੈਕਸਿਮਮ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਇਹਦੇ ਸਪੈਸ਼ਲ ਨੋਟਸ ਤਿਆਰ ਹੋ ਰਹੇ ਨੇ। ਵਿਦਿਨ 7 ਤੋਂ 8 ਦਿਨਾਂ ਦੇ ਵਿੱਚ ਤੁਹਾਨੂੰ ਨੋਟਸ ਮਿਲ ਜਾਣਗੇ, ਕਿਉਂਕਿ ਸਿਲੇਬਸ ਬਹੁਤ ਵਾਸਟ ਹੈ ਤੇ ਜ਼ਿਆਦਾਤਰ ਆਪਾਂ ਇਹਦੀ ਥਿਊਰੀ ਹੀ ਬਣਾਵਾਂਗੇ ਨੋਟਸ ਦੀ, ਕਿਉਂਕਿ ਇਹਦੀ ਪਹਿਲੀ ਵਾਰੀ ਐਗਜ਼ਾਮ ਹੋਣ ਜਾ ਰਿਹਾ। ਡਾਇਰੈਕਟ ਐਮਸੀਕਿਊ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈਗਾ। ਮੰਨ ਲਓ ਆਪਾਂ ਥਿਊਰੀ ਕਰ ਲਈ, ਥਿਊਰੀ 'ਚ ਆਪਣੇ ਕਨਸੈਪਟ ਕਲੀਅਰ ਹੋ ਗਏ, ਆਪਾਂ ਕੋਈ ਵੀ ਐਮਸੀਕਿਊ ਨੂੰ ਈਜ਼ੀਲੀ ਅਟੈਂਪਟ ਕਰ ਸਕਦੇ ਹਾਂ। ਠੀਕ ਹੈ, ਤੇ ਬਾਕੀ ਮੈਂ ਨਾਲ ਨਾਲ YouTube ਤੇ ਵੀ ਪੂਰੀ ਕੋਸ਼ਿਸ਼ ਰਹੂਗੀ, ਡੇਲੀ ਤੁਹਾਨੂੰ 1 ਜਾਂ 2 ਵੀਡੀਓ ਮਿਲ ਜਾ ਕਰਨਗੀਆਂ ਤੇ ਤੁਹਾਨੂੰ ਮਤਲਬ ਕਿ ਮੈਕਸਿਮਮ ਟੂ ਮੈਕਸਿਮਮ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਸਿਲੇਬਸ ਨੂੰ। ਤੇ ਜਿਹੜਾ ਅੱਜ ਮੈਂ ਸਿਕੁਅਲ ਕਰਵਾ ਰਿਹਾ, ਚਲੋ ਉਹ ਤੁਸੀਂ ਟੈਕਨੀਕਲ ਸਪੋਰਟ ਸਰਵਿਸਿਜ਼ ਸਬ ਇੰਸਪੈਕਟਰ ਤੇ ਕਾਂਸਟੇਬਲ ਵਾਸਤੇ ਤਾਂ ਪੜ੍ਹਨਾ ਹੀ ਪੜ੍ਹਨਾ। ਨਾਲ ਜਿਹੜਾ ਇੱਕ ਐਗਜ਼ਾਮ ਹੋਣ ਜਾ ਰਿਹਾ 20 ਨੂੰ ਆਪਣਾ ਸਿਵਲੀਅਨ ਸਪੋਰਟ ਸਟਾਫ ਦਾ। ਠੀਕ ਹੈ, ਇਹ ਵੀ ਪੰਜਾਬ ਪੁਲਿਸ ਦੇ ਵਿੱਚ ਪੋਸਟ ਸੀਗੀ ਤੇ ਇਹਦੇ ਵਾਸਤੇ ਵੀ ਇੰਪੋਰਟੈਂਟ ਰਹੂਗਾ, ਕਿਉਂਕਿ ਇਹਦੇ ਵਿੱਚ ਵੀ ਹੈਗਾ ਤੁਹਾਡਾ ਸਿਕੁਅਲ। ਤੇ ਇਹਦੇ ਜਿਹੜੇ ਸਪੈਸ਼ਲ ਨੋਟਸ ਹੈਗੇ ਬੇਟੇ, ਉਹ ਤਿਆਰ ਕੀਤੇ ਹੋਏ ਆ, ਕਾਫੀ ਬੱਚਿਆਂ ਨੇ ਲੈ ਲਏ ਆ। ਜੇ ਕਿਸੇ ਨੂੰ ਨਹੀਂ ਪਤਾ ਤਾਂ ਜਾਣਕਾਰੀ ਦੇ ਦਿੰਦੇ ਆ। 200 ਰੁਪਏ ਦੇ ਵਿੱਚ ਨੋਟਸ ਆ ਰਾਜੇ। ਇਹਦਾ ਲਗਭਗ 95% ਸਿਲੇਬਸ ਆਪਾਂ ਉਹ 'ਚ ਕਵਰ ਕੀਤਾ ਹੋਇਆ। ਸਿਵਲੀਅਨ ਸਟਾਫ ਸਪੋਰਟ ਸਟਾਫ ਦਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਨਿਕਲੀ ਹੋਈ ਹੈ ਪੋਸਟ। ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ। ਅੱਜ ਦੀ ਵੀਡੀਓ ਥੋੜੀ ਜਿਹੀ ਧਿਆਨ ਦੇ ਨਾਲ ਦੇਖਿਓ ਤੇ ਵੀਡੀਓ ਨੂੰ ਸਕਿਪ ਨਾ ਕਰਿਓ। ਹੋ ਸਕਦਾ ਕਿਉਂਕਿ ਇਹ ਟੌਪਿਕ ਥੋੜੇ ਜਿਹੇ ਮਤਲਬ ਕਿ ਟਫ ਲੈਵਲ ਦੇ ਨੇ ਤੇ ਨਾਲ ਹੀ ਆਪਾਂ ਪਹਿਲੀ ਵਾਰ ਪੜ੍ਹ ਰਹੇ ਹਾਂ ਸ਼ਾਇਦ, ਕਿਉਂਕਿ ਆਪਾਂ ਇਹ ਬਹੁਤ ਘੱਟ ਪੜ੍ਹਦੇ ਹਾਂ, ਚਾਹੇ ਆਪਾਂ BCA ਕੀਤੀ ਹੈ ਚਾਹੇ ਆਪਾਂ BTech ਕੀਤੀ ਹੈ, ਬਟ ਇਹ ਆਪਾਂ ਨੂੰ ਪੜ੍ਹਨਾ ਪੈਣਾ ਕਿਉਂਕਿ ਆਪਣੇ ਸਿਲੇਬਸ ਦੇ ਵਿੱਚ ਹੈ। ਅੱਛਾ ਜੀ, ਆ ਸਿਲੇਬਸ ਦੇ ਵਿੱਚ ਆ ਦੇਖੋ, ਇਹ ਕੋਮਨ ਸਿਕੁਅਲ ਹੈ। ਸਿਕੁਅਲ ਕੁਐਰੀ ਲੈਂਗੁਏਜ ਕੋਮਨ ਹੈ। ਇਹਦੇ ਵਿੱਚ ਆਪਾਂ ਨੂੰ ਬੇਸਿਕ ਪੜ੍ਹਨਾ ਪਊਗਾ, ਇਹਦੇ ਫੰਕਸ਼ਨ ਪੜ੍ਹਨੇ ਪੈਣੇ ਆ, ਇਹਦੀਆਂ ਕੁਐਰੀਜ਼ ਪੜ੍ਹਨੀਆਂ ਪੈਂਦੀਆਂ, ਆਪਾਂ ਨੂੰ ਨੈਸਟਡ ਕੁਐਰੀਜ਼ ਪੜ੍ਹਨੀਆਂ ਪੈਂਦੀਆਂ। ਇਹਦਾ ਮਤਲਬ ਕਿ ਪਰਫਾਰਮੈਂਸ ਵਗੈਰਾ ਇੰਡੈਕਸ ਵਗੈਰਾ ਕਿਵੇਂ ਮਤਲਬ ਕੰਮ ਕਰਦਾ, ਸਾਰਾ ਹਿਸਾਬ ਕਿਤਾਬ ਆਪਾਂ ਸਮਝਾਂਗੇ ਹੌਲੀ ਹੌਲੀ। ਅੱਜ ਪਾਰਟ 1 ਕਰਦੇ ਹਾਂ ਆਪਾਂ। ਪਾਰਟ 1 ਦੇ ਵਿੱਚ ਕੀ ਹੈ ਰਾਜੇ, ਪਹਿਲਾਂ ਆਪਾਂ ਇੰਟਰੋਡਕਸ਼ਨ ਕਰਦੇ ਹਾਂ। ਦੇਖੋ ਕੁਐਸਚਨ ਕਿਵੇਂ ਕਿਵੇਂ ਪੁੱਛੇ ਜਾਣਗੇ, ਮੈਂ ਨਾਲ ਦੀ ਨਾਲ ਤੁਹਾਨੂੰ ਐਕਸਪਲੇਨ ਕਰਦਾ ਜਾਊਂਗਾ। ਹੁਣ ਅਗਰ ਆਪਾਂ ਗੱਲ ਕਰੀਏ ਸਿਕੁਅਲ ਦੀ, ਸਿਕੁਅਲ ਜਿਹੜਾ ਹੈਗਾ ਰਾਜੇ, ਇਹਦੀ ਫੁੱਲ ਫਾਰਮ ਹੈਗੀ ਹੈ ਸਟਰਕਚਰਡ ਕੁਐਰੀ ਲੈਂਗੁਏਜ। ਹੁਣ ਸਿਕੁਅਲ ਦੀ ਜ਼ਰੂਰਤ ਕਿਉਂ ਪਈ? ਤੁਸੀਂ ਇਸ ਤੋਂ ਪਹਿਲਾਂ ਇੱਕ ਚੀਜ਼ ਸੁਣੀ ਹੋਊਗੀ, RDBMS, ਜਿਹਨੂੰ ਕਹਿੰਦੇ ਜੀ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਇਹ ਬੇਸਿਕਲੀ ਇੱਕ ਤਰ੍ਹਾਂ ਦਾ ਕੀ ਹੈ, ਡਾਟਾ ਮਾਡਲ ਹੈ। ਇੱਕ ਤਰ੍ਹਾਂ ਦਾ ਕੀ ਹੈ, ਡਾਟਾ ਮਾਡਲ। ਹੁਣ ਡਾਟਾ ਮਾਡਲ ਕੀ ਹੁੰਦਾ ਹੈ? ਡਾਟਾ ਮਾਡਲ ਦਾ ਮਤਲਬ ਹੁੰਦਾ ਵੀ, ਮੰਨ ਲਓ ਇਸ ਤੋਂ ਪਹਿਲਾਂ ਇੱਕ ਵਰਡ ਮੈਂ ਤੁਹਾਨੂੰ ਪੁੱਛਦਾ, ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਡਾਟਾਬੇਸ। ਹੁਣ ਮੈਂ ਜ਼ਿਆਦਾ ਬੈਕਗ੍ਰਾਉਂਡ ਦੇ ਵਿੱਚ ਤਾਂ ਨਹੀਂ ਜਾ ਰਿਹਾ, ਫਿਰ ਤਾਂ ਬਹੁਤ ਆਪਾਂ ਮਤਲਬ ਕਿ ਪਿੱਛੇ ਚਲੇ ਜਾਵਾਂਗੇ। ਹੁਣ ਡਾਟਾਬੇਸ ਕੀ ਚੀਜ਼ ਹੁੰਦੀ ਹੈ? ਤੁਹਾਡੇ ਸਭ ਦੇ ਮੋਬਾਈਲ ਫੋਨ ਦੇ ਵਿੱਚ ਕੀ ਹੁੰਦਾ ਹੈ, ਕੰਟੈਕਟ ਲਿਸਟ ਹੁੰਦੀ ਹੈ। ਉਹ ਆਪਾਂ ਕੰਟੈਕਟ ਲਿਸਟ ਕਿਉਂ ਕ੍ਰੀਏਟ ਕਰਦੇ ਆ? ਕਿਉਂਕਿ ਆਪਣੇ ਜਿਹੜੇ ਆਪਣੇ ਰਿਸ਼ਤੇਦਾਰ ਹੁੰਦੇ, ਆਪਣੇ ਫਰੈਂਡਸ ਹੁੰਦੇ ਆ, ਜਾਂ ਜਿਹੜੇ ਆਪਣੇ ਕਲੀਗਸ ਹੁੰਦੇ ਆ, ਆਪਾਂ ਉਹਨਾਂ ਦੇ ਨੰਬਰ ਸੇਵ ਕਰ ਲੈਂਦੇ ਆ, ਕਿਉਂਕਿ ਡੇਲੀ ਆਪਾਂ ਨੂੰ ਉਹਨਾਂ ਤੱਕ ਕੰਮ ਹੁੰਦਾ ਹੈ। ਤੇ ਆਪਾਂ ਮੰਨ ਲਓ ਕਿਸੇ ਨੂੰ ਪਰਟੀਕੂਲਰ ਬੰਦੇ ਨੂੰ ਫੋਨ ਕਰਨਾ ਹੋਵੇ, ਆਪਾਂ ਸਰਚ ਕਰਦੇ ਆ, ਉਹਦਾ ਨੰਬਰ ਡਾਇਲ ਕਰਦੇ, ਆਪਣੀ ਗੱਲ ਹੋ ਜਾਂਦੀ ਹੈ। ਕਹਿਣ ਦਾ ਭਾਵ ਕਿ ਆਪਾਂ ਉਹਨੂੰ ਸਟੋਰ ਕਰਕੇ ਰੱਖ ਲੈਂਦੇ ਆ ਫॉर ਫਿਊਚਰ ਯੂਜ਼, ਕਿ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਉਹਨਾਂ ਦੀ ਲੋੜ ਪਊਗੀ। ਤਾਂ ਉਵੇਂ ਰਾਜੇ ਡਾਟਾਬੇਸ ਕੀ ਹੁੰਦਾ? ਡਾਟਾਬੇਸ ਦੇ ਵਿੱਚ ਆਪਾਂ ਕੀ ਕਰਦੇ ਆ, ਮਲਟੀਪਲ ਫਾਈਲਸ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਸਟੋਰ ਕਰ ਲੈਂਦੇ ਆ, ਕਿਉਂਕਿ ਉਹਨਾਂ ਦੇ ਉੱਪਰ ਆਪਾਂ ਇਕੱਠੇ ਵਰਕ ਕਰ ਸਕਦੇ ਆ। ਇੱਕੋ ਟਾਈਮ ਤੇ ਇੱਕ ਤੋਂ ਵੱਧ ਯੂਜ਼ਰ ਕੰਮ ਕਰ ਸਕਦੇ ਆ, ਉਹਨੂੰ ਯੂਜ਼ ਕਰ ਸਕਦੇ ਆ, ਤੇ ਇਨ ਫਿਊਚਰ ਉਹਦੇ ਉੱਪਰ ਕੁਐਰੀਜ਼ ਵਗੈਰਾ ਵੀ ਯੂਜ਼ ਕਰ ਸਕਦੇ ਆ। ਹੁਣ ਕੁਐਰੀਜ਼ ਕੀ ਹੁੰਦੀਆਂ ਨੇ, ਥੋੜੀ ਜਿਹੀ ਮੈਂ ਜ਼ਿਆਦਾ ਜਾਣਕਾਰੀ ਨਹੀਂ ਦੇ ਰਿਹਾ, ਥੋੜੀ ਜਿਹੀ ਜਾਣਕਾਰੀ ਦਿੰਦਾ। ਹੁਣ ਮੰਨ ਲਓ ਤੁਸੀਂ ਮੋਬਾਈਲ ਫੋਨ ਦੇ ਵਿੱਚ ਕੰਟੈਕਟ ਲਿਸਟ ਬਣਾਤੀ। ਹੁਣ ਕੋਈ ਪੁਰਾਣਾ ਕਿਸੇ ਤੁਹਾਡੇ ਯਾਰ ਦੋਸਤ ਦਾ ਫੋਨ ਨੰਬਰ ਚੇਂਜ ਹੋ ਗਿਆ, ਤੁਸੀਂ ਕੀ ਕਰੋਗੇ? ਪੁਰਾਣਾ ਨੰਬਰ ਡਿਲੀਟ ਕਰ ਦੋਗੇ, ਨਵਾਂ ਕੀ ਕਰ ਲਓਗੇ, ਸੇਵ ਕਰ ਲਓਗੇ। ਤਾਂ ਡਿਲੀਟ ਕਰਤਾ ਮੈਂ, ਇਹ ਵੀ ਇੱਕ ਤਰ੍ਹਾਂ ਦੀ ਕੀ ਹੈ, ਤੁਹਾਡਾ ਆਪਰੇਸ਼ਨ ਹੈ। ਤੁਸੀਂ ਉੱਥੇ ਡਿਲੀਟ ਆਪਰੇਸ਼ਨ ਯੂਜ਼ ਕੀਤਾ। ਨਵਾਂ ਕੋਈ ਤੁਹਾਡਾ ਯਾਰ ਦੋਸਤ ਬਣ ਗਿਆ, ਤੁਸੀਂ ਉਹਦਾ ਨੰਬਰ ਸੇਵ ਕਰ ਲਿਆ, ਤੁਸੀਂ ਉਹ ਕੀ ਕਰ ਰਹੇ ਹੋ, ਕ੍ਰੀਏਟ ਕਰ ਰਹੇ ਹੋ। ਜਦੋਂ ਤੁਸੀਂ ਫੋਨ ਨੰਬਰ ਡਾਇਲ ਕਰ ਰਹੇ ਹੋ ਤਾਂ ਆਪਾਂ ਸਰਚ ਕਰਦੇ ਹਾਂ, ਫਲਾਣੇ ਬੰਦੇ ਨੂੰ ਆਪਾਂ ਫੋਨ ਨੰਬਰ ਡਾਇਲ ਕਰਨਾ, ਤਾਂ ਸਰਚ ਆਪਰੇਸ਼ਨ ਹੋ ਗਿਆ। ਤਾਂ ਇਹ ਸਾਰੀਆਂ ਲਗਭਗ ਇੱਕ ਤਰ੍ਹਾਂ ਦੀਆਂ ਕੁਐਰੀਜ਼ ਨੇ ਜਿਹੜੀਆਂ ਆਪਾਂ ਡਾਟਾਬੇਸ ਦੇ ਉੱਪਰ ਕੰਮ ਕਰਦੇ ਹਾਂ। ਹੁਣ ਡਾਟਾ ਮਾਡਲ ਕੀ ਹੁੰਦਾ? ਡਾਟਾ ਮਾਡਲ ਹੁੰਦਾ ਵੀ ਡਾਟਾ ਕਿਵੇਂ ਸੇਵ ਹੋਊਗਾ, ਉਹਦੇ ਵਿੱਚ ਕਿਹੜੇ ਕਿਹੜੇ ਵਿਊਜ਼ ਹੋਣਗੇ, ਕਿਹੜੇ ਕਿਹੜੇ ਯੂਜ਼ਰ ਕਿੰਨਾ ਕੁ ਡਾਟਾ ਦੇਖ ਸਕਦੇ ਆ, ਉਹਨੂੰ ਕਹਿੰਦੇ ਆ ਜੀ ਡਾਟਾ ਮਾਡਲ।
ਤਾਂ ਹੁਣ ਇੱਕ ਡਾਟਾ ਮਾਡਲ ਹੈਗਾ ਜਿਹੜਾ ਬੜਾ ਫੇਮਸ ਹੈ, ਜਿਹਨੂੰ ਕਹਿੰਦੇ ਨੇ ਜੀ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ, RDBMS। ਇਹਦੇ ਵਿੱਚ ਜਿਹੜਾ ਡਾਟਾ ਹੁੰਦਾ ਰਾਜੇ, ਉਹ ਟੇਬਲ ਦੀ ਫਾਰਮ ਦੇ ਵਿੱਚ ਸੇਵ ਹੁੰਦਾ ਹੈ। ਟੇਬਲ ਤੁਹਾਡੇ ਨੂੰ ਪਤਾ ਹੀ ਹੋਊਗਾ, ਟੇਬਲ ਕੀ ਹੁੰਦਾ, ਰੋ ਤੇ ਕਾਲਮ ਦੀ ਕਲੈਕਸ਼ਨ। ਹੁਣ ਟੇਬਲ ਕੀ ਹੁੰਦਾ, ਮੰਨ ਲਓ ਆ ਸਿੰਗਲ ਮੈਂ ਛੋਟਾ ਟੇਬਲ ਬਣਾ ਦਿੰਦਾ। ਮੰਨ ਲਓ ਇੱਥੇ ਮੈਂ ਲਿਖਤਾ ਜੀ ਸੀਰੀਅਲ ਨੰਬਰ, ਇੱਥੇ ਲਿਖਤਾ ਜੀ ਨੇਮ। ਇਹ ਟੇਬਲ ਹੋ ਗਿਆ ਮੇਰਾ। ਸੀਰੀਅਲ ਨੰਬਰ 1 ਹੈ ਜੀ, ਨੇਮ ਹੈ ਬੰਦੇ ਦਾ ਰਾਜ, ਠੀਕ ਹੈ। ਤੇ ਸੀਰੀਅਲ ਨੰਬਰ 2 ਹੈ ਜੀ, ਬੰਦੇ ਦਾ ਨਾਮ ਹੈਗਾ ਜੀ ਰਾਮ। ਤੇ ਇਹ ਮੇਰਾ ਟੇਬਲ ਹੋ ਗਿਆ। ਹੁਣ ਟੇਬਲ ਦੀ ਫਾਰਮ ਦੇ ਵਿੱਚ ਜਿੰਨਾ ਵੀ ਡਾਟਾ ਸਟੋਰ ਹੋਊਗਾ ਉਹਨੂੰ ਕਹਿ ਦਿੰਦੇ ਆ ਜੀ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਤੇ ਇਹਨੂੰ ਟੇਬਲ ਨੂੰ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਦੇ ਵਿੱਚ ਟੇਬਲ ਨਹੀਂ ਕਹਿੰਦੇ, ਕੀ ਕਹਿ ਦਿੰਦੇ ਆ ਜੀ, ਰਿਲੇਸ਼ਨ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਰਿਲੇਸ਼ਨ ਕਹਿ ਦਿੰਦੇ ਆ। ਹੁਣ ਜਿਹੜਾ ਟੇਬਲ ਦੇ ਵਿੱਚ ਡਾਟਾ ਸਟੋਰ ਕੀਤਾ ਪਿਆ, ਹੁਣ ਇਸ ਡਾਟਾ ਨੂੰ ਮੈਂ ਯੂਜ਼ ਕਰਨਾ। ਹੁਣ ਯੂਜ਼ ਕੌਣ ਕਰੂਗਾ, ਯੂਜ਼ਰ ਕਰਨਗੇ, ਐਂਡ ਯੂਜ਼ਰ ਕਰਨਗੇ। ਉਹਨੂੰ ਯੂਜ਼ ਕਰਨਾ, ਉਹਦੇ ਪ੍ਰੋਪਰੇਸ਼ਨਸ ਕਰਨੇ ਨੇ, ਡਿਲੀਟ ਕਰਨਾ ਡਾਟਾ, ਨਵਾਂ ਇਨਸਰਟ ਕਰਨਾ, ਠੀਕ ਹੈ, ਅਪਡੇਟ ਕਰਨਾ। ਇਹ ਸਾਰਾ ਕੰਮ ਕਿਵੇਂ ਹੋਊਗਾ, ਇਹ ਆਪਣੀ ਇੱਕ ਲੈਂਗੁਏਜ ਹੁੰਦੀ ਜਿਹਨੂੰ ਕਹਿ ਦਿੰਦੇ ਆ ਜੀ ਕੁਐਰੀ ਲੈਂਗੁਏਜ, ਉਹ ਹੈਗੀ ਹੈ ਜੀ SQL। ਤਾਂ SQL ਦੀ ਹੈਲਪ ਦੇ ਨਾਲ ਆਪਾਂ ਕੀ ਕਰਾਂਗੇ ਰਾਜੇ, ਸਾਰਾ ਕੰਮ ਕਰਾਂਗੇ, ਜਿਹਨੂੰ ਕਹਿ ਦਿੰਦੇ ਆ ਜੀ ਸਟਰਕਚਰਡ ਕੁਐਰੀ ਲੈਂਗੁਏਜ। ਆਈ ਹੋਪ ਤੁਹਾਨੂੰ ਥੋੜਾ ਜਿਹਾ ਸਮਝ ਜ਼ਰੂਰ ਆਇਆ ਹੋਊਗਾ, ਦਿਮਾਗ 'ਚ ਪੈ ਗਈ ਹੋਊਗੀ ਗੱਲ ਵੀ SQL ਹੁੰਦਾ ਕੀ ਹੈ ਤੇ ਕਾਹਦੇ ਵਾਸਤੇ ਵਰਤਿਆ ਜਾਂਦਾ ਹੈ, ਠੀਕ ਹੈ। ਤੇ ਬਾਕੀ ਮੈਂ ਜ਼ਿਆਦਾ ਡਿਟੇਲ 'ਚ ਤਾਂ ਨਹੀਂ ਜਾ ਰਿਹਾ ਬੇਟੇ, ਪਹਿਲਾਂ ਹੀ ਸਿਲੇਬਸ ਇੰਨਾ ਵਾਸਟ ਹੈ, ਟਾਈਮ ਬਹੁਤ ਖਰਾਬ ਹੋ ਜਾਊਗਾ। ਇਸ ਤੋਂ ਬਾਅਦ ਗੱਲ ਕਰਦੇ ਆ, ਕਹਿੰਦਾ ਜਿਹੜਾ SQL ਹੈਗਾ, ਕਹਿੰਦਾ ਲੈਟਸ ਯੂ ਅਸੈਸ ਐਂਡ ਮੈਨੂਪਲੇਟ ਡਾਟਾਬੇਸ। ਤਾਂ ਇਹ ਆਪਾਂ ਨੂੰ ਕੀ ਦਿੰਦਾ, ਇੱਕ ਪਰਮਿਸ਼ਨ ਦਿੰਦਾ, ਪ੍ਰਿਵਿਲੇਜ ਦਿੰਦਾ ਵੀ ਆਪਾਂ ਡਾਟਾ ਨੂੰ ਕੀ ਕਰ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ, ਮੈਨੂਪਲੇਟ ਕਰ ਸਕਦੇ ਹਾਂ। ਮੈਨੂਪਲੇਟ ਦਾ ਮਤਲਬ ਹੁੰਦਾ ਵੀ ਆਪਾਂ ਉਹਦੇ ਤੇ ਡਿਲੀਟ, ਸਰਚ, ਮਰਜ, ਜੋ ਮਰਜ਼ੀ ਕਰੀਓ ਕੰਮ ਕਰ ਸਕਦੇ ਹਾਂ। ਇਸ ਤੋਂ ਬਾਅਦ ਅਗਲੀ ਗੱਲ ਆਪਾਂ ਗੱਲ ਕਰੀਏ, ਜਿਹੜਾ SQL ਹੈਗਾ ਰਾਜੇ, ਇਹ ਕੀ ਆ, ਕਹਿੰਦਾ ਵੀ ਜਿਹੜਾ ਅਮਰੀਕਨ ਨੈਸ਼ਨਲ ਸਟੈਂਡਰਡ ਇੰਸਟੀਚਿਊਟ ਹੈਗਾ, ANC ਬੋਲਦੇ ਆ, 1986 ਦੇ ਵਿੱਚ ਕੀ ਬਣ ਗਿਆ ਸੀ, ਉਹਦਾ ਸਟੈਂਡਰਡ ਬਣ ਗਿਆ ਸੀਗਾ। ਸਟੈਂਡਰਡ ਦਾ ਮਤਲਬ ਹੁੰਦਾ ਕਿ ਕਿਸੇ ਚੀਜ਼ ਨੂੰ ਮਾਨਤਾ ਮਿਲ ਜਾਂਦੀ ਹੈ, ਸਰਟੀਫਿਕੇਟ ਮਿਲ ਜਾਂਦਾ ਕਿ ਇਹ ਚੀਜ਼ ਬੜੀ ਵਧੀਆ ਹੈ, ਸਟੈਂਡਰਡ ਦੀ ਹੈ ਚੀਜ਼ ਕੋਈ, ਜਿਵੇਂ ਆਪਾਂ ਕਹਿ ਦਿੰਦੇ ਹਾਂ ਮਾਰਕਾ ਲਗਾ ਦਿੰਦੇ ਆ। ਤੇ ਜਿਹੜੀ ਇੱਕ ਹੈਗੀ ਆਪਣੀ ISO ਹੈ, ਉਹਦੇ ਵਿੱਚ 1987 ਦੇ ਵਿੱਚ ਬਣਿਆ ਸੀਗਾ। ਇਹ ਯਾਦ ਰੱਖ ਲਿਓ, ਹੋ ਸਕਦਾ ਤੁਹਾਨੂੰ ਪੁੱਛਿਆ ਜਾਵੇ। ਇਸ ਤੋਂ ਬਾਅਦ ਕਹਿੰਦਾ ਜਿਹੜਾ SQL ਹੈਗਾ, ਕਹਿੰਦਾ ਐਗਜ਼ੀਕਿਊਟ ਕੁਐਰੀਜ਼। ਤਾਂ ਕੁਐਰੀਜ਼ ਨੂੰ ਐਗਜ਼ੀਕਿਊਟ ਕਰਦਾ। ਹੁਣ ਕੁਐਰੀਜ਼ ਕੀ ਹੁੰਦੀਆਂ, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ, ਕਿਵੇਂ ਲਗਾਈਆਂ ਜਾਂਦੀਆਂ, ਇਹ ਕਰਾਂਗੇ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਕਰਾਂਗੇ। ਬਾਕੀ ਦੀ ਇੰਟਰੋਡਕਸ਼ਨ ਕਰਾਂਗੇ ਅੱਗੇ ਜਾ ਕੇ। ਚਲੋ ਜੀ ਅੱਗੇ ਸਟਾਰਟ ਕਰਦੇ ਹਾਂ ਆਪਾਂ। ਹੁਣ ਦੇਖੋ ਆਹ ਜਿਹੜੀ ਚੀਜ਼ ਮੈਂ ਬੋਲੀ ਹੈ, ਥੋੜੀ ਲਿਖੀ ਹੋਈ ਹੈ ਤੁਹਾਡੇ ਵਾਸਤੇ। ਕਹਿੰਦਾ ਜਿਹੜਾ SQL ਹੈਗਾ, ਕਹਿੰਦਾ ਸਟੈਂਡਸ ਫॉर ਸਟਰਕਚਰਡ ਕੁਐਰੀ ਲੈਂਗੁਏਜ, ਇਟ ਇਜ਼ ਯੂਜ਼ਡ ਫॉर ਸਟੋਰਿੰਗ ਐਂਡ ਮੈਨੇਜਿੰਗ ਡਾਟਾ ਇਨ ਦਾ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਤਾਂ RDBMS ਵਾਸਤੇ ਕੰਮ ਕਰਦਾ ਹੈ, ਧਿਆਨ ਰੱਖਣਾ ਤੁਸੀਂ। ਇਸ ਤੋਂ ਬਾਅਦ ਕਹਿੰਦਾ ਵੀ ਜਿਹੜਾ ਕਹਿੰਦਾ ਇਟ ਇਜ਼ ਦ ਸਟੈਂਡਰਡ ਲੈਂਗੁਏਜ ਫॉर ਦ ਰਿਲੇਸ਼ਨਲ ਡਾਟਾਬੇਸ ਸਿਸਟਮ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਇਹ ਕੀ ਇੱਕ ਸਟੈਂਡਰਡ ਕੁਐਰੀ ਲੈਂਗੁਏਜ ਹੈ, ਜਿਹੜੀ ਕਿ RDBMS ਵਾਸਤੇ ਵਰਤੀ ਜਾਂਦੀ ਹੈ, ਜਿਹਦੇ ਵਿੱਚ ਆਪਾਂ ਕੋਈ ਚੀਜ਼ ਕ੍ਰੀਏਟ ਕਰ ਸਕਦੇ ਹਾਂ, ਰੀਡ, ਅਪਡੇਟ, ਡਿਲੀਟ, ਕੁਝ ਵੀ ਕਰ ਸਕਦੇ ਹਾਂ ਟੇਬਲ ਦੇ ਵਿੱਚ। ਇਸ ਤੋਂ ਇਲਾਵਾ ਕਹਿੰਦਾ ਜਿਵੇਂ ਮੰਨ ਲਓ ਹੋਰ ਜਿਹੜੇ ਆਪਣੇ ਸੌਫਟਵੇਅਰ ਆਉਂਦੇ ਆ, ਜਿਵੇਂ ਮੰਨ ਲਓ ਜਿਵੇਂ MySQL ਹੁੰਦਾ, Oracle ਹੁੰਦਾ, ਮਾਈਕਰੋਸਾਫਟ ਆਫਿਸ ਦੇ ਵਿੱਚ ਇੱਕ MSSS ਹੁੰਦਾ। ਤਾਂ ਇਹ ਮਤਲਬ ਸਾਰੇ ਕੀ ਹੁੰਦੇ ਨੇ ਰਾਜੇ, ਇੱਕ ਤਰ੍ਹਾਂ ਦੇ ਸਟੈਂਡਰਡ ਕੁਐਰੀਜ਼ ਲੈਂਗੁਏਜ ਦੇ ਡਾਟਾਬੇਸ ਡਿਜ਼ਾਈਨ ਹੁੰਦਾ, ਠੀਕ ਹੈ। ਕਹਿਣ ਦਾ ਭਾਵ ਆਪਾਂ ਜਿਵੇਂ ਮੰਨ ਲਓ ਤੁਹਾਨੂੰ ਮੈਂ RDBMS ਦੀ ਐਗਜ਼ਾਮਪਲ ਦੱਸ ਰਿਹਾ, ਉਵੇਂ ਰਾਜੇ ਆਪਾਂ Oracle ਤੇ ਵੀ ਕੰਮ ਕਰ ਸਕਦੇ ਹਾਂ। Oracle ਦੇ ਵਿੱਚ ਵੀ ਡਾਟਾ ਟੇਬਲ ਦੀ ਫਾਰਮ ਦੇ ਵਿੱਚ ਹੁੰਦਾ, MySQL ਦੇ ਵਿੱਚ ਵੀ ਟੇਬਲ ਦੀ ਫਾਰਮ 'ਚ ਹੁੰਦਾ। ਕਹਿਣ ਦਾ ਭਾਵ ਇਹ ਸਾਰੇ ਕੀ ਨੇ, ਇੱਕ ਸਟੈਂਡਰਡ ਡਾਟਾਬੇਸ ਨੇ, ਡਾਟਾਬੇਸ ਸਿਸਟਮ ਨੇ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਹੁਣ ਦੇਖੋ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਆਉਂਦਾ, ਫਿਰ ਮੈਂ ਵਾਰ-ਵਾਰ ਉਹੀ ਗੱਲ ਰਿਪੀਟ ਕਰ ਰਿਹਾ। ਹੁਣ ਕੰਮ ਕਿਵੇਂ ਕਰਦਾ ਤੁਹਾਨੂੰ ਮੈਂ ਦੱਸਦਾ। ਜੇ ਆਪਾਂ ਲੋਐਸਟ ਲੈਵਲ ਦੀ ਗੱਲ ਕਰੀਏ, ਸਭ ਤੋਂ ਥੱਲੇ ਕੀ ਹੋਊਗਾ ਰਾਜੇ, ਡਾਟਾਬੇਸ ਹੋਊਗਾ। ਡਾਟਾਬੇਸ ਕੀ ਹੈ, ਜਿੱਥੇ ਐਕਚੁਅਲ ਦੇ ਵਿੱਚ ਡਾਟਾ ਪਿਆ ਹੈ, ਠੀਕ ਹੈ। ਤਾਂ ਹੁਣ ਟੌਪ ਲੈਵਲ ਤੇ ਕੀ ਹੋਊਗਾ, ਟੌਪ ਲੈਵਲ ਦਾ ਮਤਲਬ ਹੁੰਦਾ ਕਿ ਜਿਵੇਂ ਆਪਾਂ ਐਂਡ ਯੂਜ਼ਰ ਹੈ, ਇੱਥੇ ਬੰਦਾ ਬੈਠਾ ਜਿਹਨੇ ਕੰਮ ਕਰਨਾ ਹੈ ਨਾ। ਤੇ ਇਹ ਆਪਾਂ ਕੀ ਕਰਨਾ, ਆਪਾਂ ਤਾਂ ਸਿੰਪਲ ਆਪਾਂ ਜੇ ਮੰਨ ਲਓ ਆਪਾਂ ਡਾਟਾ ਕੋਈ ਅਸੈਸ ਕਰਨਾ, ਜਿਵੇਂ ਮੰਨ ਲਓ ਆਪਾਂ ਫੋਨ ਨੰਬਰ ਕੋਈ ਆਪਾਂ ਡਾਇਲ ਕਰਨਾ, ਆਪਾਂ ਸਰਚ ਕਰਾਂਗੇ ਫਲਾਣੇ ਬੰਦੇ ਦਾ ਨੰਬਰ, ਮੰਨ ਲਓ ਤੁਸੀਂ ਮੇਰਾ ਹੀ ਕਰਨਾ, ਬਲਜਿੰਦਰ ਸਾਹਿਬ ਦਾ ਨੰਬਰ ਤੁਸੀਂ ਮੇਰਾ ਸੇਵ ਕੀਤਾ ਹੋਊਗਾ ਬਲਜਿੰਦਰ ਤੋਂ। ਤੁਸੀਂ ਕੀ ਕਰੋਗੇ, ਸਰਚ ਕਰੋਗੇ B ਤੋਂ, ਤਾਂ B ਤੋਂ ਮੇਰਾ ਨਾਮ ਆ ਜਾਊਗਾ ਬਲਜਿੰਦਰ। ਕਹਿਣ ਦਾ ਭਾਵ ਕਿ ਇਸ ਬੰਦੇ ਨੇ ਸਿਰਫ ਇਹਨੂੰ ਯੂਜ਼ ਕਰਨਾ, ਇਹਨੂੰ ਬਣਾਇਆ ਤਾਂ ਕਿਸੇ ਹੋਰ ਬੰਦੇ ਨੇ। ਤਾਂ ਜਿਹੜੇ ਯੂਜ਼ ਕਰਦੇ ਉਹਨੂੰ ਕਹਿ ਦਿੰਦੇ ਆ ਜੀ ਐਂਡ ਯੂਜ਼ਰ। ਤਾਂ ਟੌਪ ਲੈਵਲ ਤੇ ਕੀ ਹੋਣਗੀਆਂ, ਕੁਐਰੀਜ਼ ਹੋਣਗੀਆਂ। ਤਾਂ ਆਪਾਂ ਕੁਐਰੀਜ਼ ਲਗਾ ਕੇ ਕੀ ਕਰ ਸਕਦੇ ਹਾਂ, ਫਿਜ਼ੀਕਲ ਲੈਵਲ ਤੇ ਜਿਹੜਾ ਡਾਟਾ ਪਿਆ ਉਹਨੂੰ ਯੂਜ਼ ਕਰ ਸਕਦੇ ਹਾਂ। ਪਰ ਉਹ ਡਾਇਰੈਕਟ ਯੂਜ਼ ਨਹੀਂ ਹੁੰਦਾ, ਉਹਦੇ ਇਨ ਬਿਟਵੀਨ ਕੀ ਹੁੰਦਾ, ਇੰਟਰਫੇਸ ਹੁੰਦਾ। ਜਿਵੇਂ ਮੰਨ ਲਓ ਕੁਐਰੀ ਲੈਂਗੁਏਜ ਹੁੰਦੀ ਹੈ, ਹੁਣ ਆਪਾਂ ਕਿਹੜੀ ਕੁਐਰੀ ਲੈਂਗੁਏਜ ਯੂਜ਼ ਕਰ ਰਹੇ ਹਾਂ, SQL ਯੂਜ਼ ਕਰ ਰਹੇ ਹਾਂ। ਨਾਲ ਉਹਦੇ ਡਾਟਾਬੇਸ ਇੰਜਨ ਹੁੰਦਾ। ਡਾਟਾਬੇਸ ਇੰਜਨ ਦਾ ਮਤਲਬ ਹੁੰਦਾ ਕਿ ਉਹਦੇ ਵਿੱਚ ਫਾਈਲ ਮੈਨੇਜਰ ਕੰਮ ਕਰਦਾ, ਫਾਈਲਾਂ ਕਿਵੇਂ ਸਟੋਰ ਹੋਈਆਂ ਵੀਆਂ, ਟ੍ਰਾਂਜੀਸ਼ਨ ਮੈਨੇਜਰ ਹੁੰਦਾ। ਇਹ ਸਾਰਾ ਮਤਲਬ ਕਿ ਹਿਸਾਬ ਕਿਤਾਬ ਹੁੰਦਾ। ਤਾਂ ਤੁਹਾਨੂੰ ਮੈਂ ਇਹ ਤਾਂ ਦੱਸ ਰਿਹਾ, ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਵੀ ਟੌਪ ਲੈਵਲ ਤੇ ਕੀ ਹੋਊਗਾ, ਤੁਹਾਡਾ ਐਂਡ ਯੂਜ਼ਰ ਹੋਣਗੇ, ਤੇ ਬਾਟਮ ਲੈਵਲ ਤੇ ਕੀ ਹੋਊਗਾ, ਤੁਹਾਡਾ ਫਿਜ਼ੀਕਲ ਡਾਟਾਬੇਸ ਹੋਊਗਾ, ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ।
ਹੁਣ ਅੱਗੇ ਦੇਖੋ ਆਪਾਂ ਸਿਕੁਅਲ ਦੀ ਵਰਤੋਂ ਕਰਕੇ ਕੀ ਕਰ ਸਕਦੇ ਹਾਂ। ਆਪਾਂ ਸਿਕੁਅਲ ਦੇ ਨਾਲ ਕੀ ਕਰ ਸਕਦੇ ਹਾਂ ਰਾਜੇ, ਡਾਟਾ ਨੂੰ ਰੀਟਰੀਵ ਕਰ ਸਕਦੇ ਹਾਂ। ਰੀਟਰੀਵ ਦਾ ਮਤਲਬ ਹੁੰਦਾ ਕਿ ਆਪਾਂ ਕੋਈ ਡਾਟਾ ਕੱਢ ਸਕਦੇ ਹਾਂ, ਯੂਜ਼ ਕਰ ਸਕਦੇ ਹਾਂ, ਵਰਤ ਸਕਦੇ ਹਾਂ। ਇਸ ਤੋਂ ਇਲਾਵਾ ਆਪਾਂ ਡਾਟਾ ਕੀ ਇਨਸਰਟ ਕਰ ਸਕਦੇ ਹਾਂ, ਰਿਕਾਰਡ ਨਵਾਂ, ਠੀਕ ਹੈ, ਅਪਡੇਟ ਕਰ ਸਕਦੇ ਹਾਂ, ਡਿਲੀਟ ਕਰ ਸਕਦੇ ਹਾਂ, ਕ੍ਰੀਏਟ ਕਰ ਸਕਦੇ ਹਾਂ, ਡਾਟਾਬੇਸ ਕ੍ਰੀਏਟ ਕਰ ਸਕਦੇ ਹਾਂ, ਟੇਬਲ ਦੇ ਵਿੱਚ ਟੇਬਲ ਵੀ ਕ੍ਰੀਏਟ ਕਰ ਸਕਦੇ ਹਾਂ, ਟੇਬਲ ਦਾ ਕ੍ਰੀਏਟ ਵਿਊ ਵੀ ਕ੍ਰੀਏਟ ਕਰ ਸਕਦੇ ਹਾਂ। ਵਿਊ ਦਾ ਮਤਲਬ ਹੁੰਦਾ ਤੁਹਾਨੂੰ ਮੈਂ ਦੱਸੂਗਾ ਵੀ ਅਲੱਗ-ਅਲੱਗ ਵਿਊਜ਼ ਹੁੰਦੇ ਨੇ, ਅਲੱਗ-ਅਲੱਗ ਆਪਣੇ ਕੋਲ ਪਰਮਿਸ਼ਨਸ ਹੁੰਦੀਆਂ ਨੇ, ਆਪਾਂ ਕਿੰਨਾ ਕੁ ਡਾਟਾ ਦੇਖ ਸਕਦੇ ਹਾਂ, ਠੀਕ ਹੈ। ਹੁਣ ਜਿਵੇਂ ਮੰਨ ਲਓ ਇੱਕ ਸਕੂਲ ਹੈ, ਸਕੂਲ ਦੇ ਵਿੱਚ ਸਭ ਤੋਂ ਟੌਪ ਲੈਵਲ ਤੇ ਕੀ ਹੋਊਗਾ, ਪ੍ਰਿੰਸੀਪਲ ਹੋਊਗਾ, ਫਿਰ ਟੀਚਰਸ ਹੋਣਗੇ, ਫਿਰ ਸਟੂਡੈਂਟਸ ਹੋਣਗੇ। ਤਾਂ ਹਰੇਕ ਬੰਦੇ ਨੂੰ ਅਲੱਗ-ਅਲੱਗ ਕੀ ਮਿਲਿਆ ਹੋਊਗਾ, ਲੈਵਲ ਮਿਲਿਆ ਹੋਊਗਾ। ਆਹ ਬੰਦਾ ਮੰਨ ਲਓ ਮਾਲਕ ਹੈ ਸਕੂਲ ਦਾ, ਇਹ ਸਾਰਾ ਡਾਟਾਬੇਸ ਦੇਖ ਸਕਦਾ ਹੈ। ਟੀਚਰ ਉਸ ਤੋਂ ਘੱਟ ਦੇਖ ਸਕਦੇ ਆ, ਠੀਕ ਹੈ। ਇਸ ਤੋਂ ਸਟੂਡੈਂਟ ਕੀ ਸਭ ਤੋਂ ਘੱਟ ਦੇਖ ਸਕਦੇ ਆ। ਮੰਨ ਲਓ ਸਟੂਡੈਂਟ ਕੀ ਦੇਖ ਸਕਦੇ ਆ, ਅਟੈਂਡੈਂਸ ਦੇਖ ਸਕਦੇ ਆ ਆਪਣੀ। ਟੀਚਰ ਕੀ ਦੇਖ ਸਕਦੇ ਆ, ਇਹਨਾਂ ਦਾ ਰਿਪੋਰਟ ਕਾਰਡ ਵੀ ਦੇਖ ਸਕਦੇ ਆ। ਪ੍ਰਿੰਸੀਪਲ ਕੀ ਕਰ ਸਕਦਾ ਹੈ, ਟੀਚਰ ਦੀ ਅਟੈਂਡੈਂਸ ਵੀ ਦੇਖ ਸਕਦਾ ਹੈ, ਸਟੂਡੈਂਟ ਦੀ ਅਟੈਂਡੈਂਸ ਵੀ ਦੇਖ ਸਕਦਾ ਹੈ, ਠੀਕ ਹੈ। ਟੀਚਰ ਦੀ ਪਰਫਾਰਮੈਂਸ ਵੀ ਦੇਖ ਸਕਦਾ ਹੈ, ਸਟੂਡੈਂਟ ਦੀ ਪਰਫਾਰਮੈਂਸ ਵੀ ਦੇਖ ਸਕਦਾ ਹੈ। ਤਾਂ ਕਹਿਣ ਦਾ ਭਾਵ ਇਹ ਅਲੱਗ-ਅਲੱਗ ਲੈਵਲ ਹੁੰਦੇ, ਅਲੱਗ-ਅਲੱਗ ਵਿਊਜ਼ ਹੁੰਦੇ ਨੇ। ਇਸ ਤੋਂ ਇਲਾਵਾ ਆਪਾਂ ਮੰਨ ਲਓ ਕੋਈ ਚੀਜ਼, ਕਿਸੇ ਚੀਜ਼ ਨੂੰ ਪਰਮਿਸ਼ਨ ਦੇਣੀ ਹੈ ਟੇਬਲ ਦੇ ਵਿੱਚ, ਉਹ ਵੀ ਆਪਾਂ ਕਰ ਸਕਦੇ ਹਾਂ ਸਿਕੁਅਲ ਦੀ ਹੈਲਪ ਦੇ ਨਾਲ, ਠੀਕ ਹੈ ਜੀ। ਆਪਾਂ ਕਿਸੇ ਨੂੰ ਗ੍ਰਾਂਟ ਕਰ ਸਕਦੇ ਹਾਂ, ਆਪਾਂ ਕਿਸੇ ਨੂੰ ਰੋਕ ਵੀ ਸਕਦੇ ਹਾਂ, ਠੀਕ ਹੈ। ਇਸ ਤੋਂ ਇਲਾਵਾ ਕਹਿੰਦਾ ਵੀ ਆਪਾਂ ਅੱਗੇ ਗੱਲ ਕਰੀਏ ਵੀ ਜਿਹੜਾ ਸਿਕੁਅਲ ਹੈਗਾ ਰਾਜੇ, ਉਹਦੇ ਵਿੱਚ ਕੀ ਹੁੰਦਾ, ਇੱਕ ਯੂਨੀਕ ਸੈੱਟ ਆਫ ਰੂਲ ਹੁੰਦੇ ਆ। ਤਾਂ ਉਹ ਉਸ ਰੂਲ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸਿੰਟੈਕਸ ਕਹਿ ਦਿੰਦੇ ਹਾਂ। ਸਿੰਟੈਕਸ, ਹੁਣ ਦੇਖੋ ਸਿੰਟੈਕਸ ਨੂੰ ਸਮਝਾਉਣਾ ਤੁਹਾਨੂੰ ਮੈਂ ਇੱਕ ਦੇਸੀ ਲੈਂਗੁਏਜ ਦੇ ਵਿੱਚ। ਮੰਨ ਲਓ ਤੁਸੀਂ ਕੋਈ ਵੀ ਭਾਸ਼ਾ ਸਿੱਖਣੀ ਹੈ, ਉਸ ਭਾਸ਼ਾ ਨੂੰ ਸਿੱਖਣ ਵਾਸਤੇ ਤੁਹਾਨੂੰ ਕੀ ਕਰਨੀ ਪਊਗੀ, ਉਹਦੀ ਗ੍ਰਾਮਰ ਸਿੱਖਣੀ ਪਊਗੀ। ਜਿਵੇਂ ਮੰਨ ਲਓ ਪੰਜਾਬੀ ਸਿੱਖਣੀ ਹੈ ਤਾਂ ਪੰਜਾਬੀ ਵਿਆਕਰਨ ਆਉਣਾ ਜ਼ਰੂਰੀ ਹੈ। ਇੰਗਲਿਸ਼ ਸਿੱਖਣੀ ਹੈ ਤਾਂ ਜਿਵੇਂ ਟੈਂਸ ਹੋਣੀ ਜ਼ਰੂਰੀ ਹੈ ਆਪਾਂ ਨੂੰ। ਤਾਂ ਉਵੇਂ ਹਰ ਇੱਕ ਲੈਂਗੁਏਜ ਦਾ ਆਪਣਾ ਆਪਣਾ ਕੀ ਹੁੰਦਾ, ਸਿੰਟੈਕਸ ਹੁੰਦਾ। ਤਾਂ ਸਿੰਟੈਕਸ ਦਾ ਮਤਲਬ ਹੁੰਦਾ ਕਿ ਰੂਲ, ਸੈੱਟ ਆਫ ਰੂਲਸ, ਜਿਹਦੀ ਵਰਤੋਂ ਕਰਕੇ ਆਪਾਂ ਉਹਨੂੰ, ਉਸ ਲੈਂਗੁਏਜ ਨੂੰ ਕੀ ਕਰ ਸਕਦੇ ਹਾਂ, ਵਰਤ ਸਕਦੇ ਹਾਂ, ਉਸ ਲੈਂਗੁਏਜ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਤਾਂ ਇਵੇਂ ਹੁਣ ਦੇਖੋ ਜੇ ਸਿਕੁਅਲ ਨੂੰ ਯੂਜ਼ ਕਰਨਾ ਤਾਂ ਉਹਦੇ ਰੂਲ ਪਤਾ ਹੋਣੇ ਜ਼ਰੂਰੀ ਆਪਾਂ ਨੂੰ, ਤੇ ਉਸ ਰੂਲਸ ਨੂੰ ਆਪਾਂ ਕੀ ਕਹਿ ਦਾਂਗੇ, ਸਿੰਟੈਕਸ ਕਹਿ ਦਾਂਗੇ। ਕਿਹਦੇ, ਸਿਕੁਅਲ ਦੇ ਸਿੰਟੈਕਸ। ਹੁਣ ਮੰਨ ਲਓ ਸਿਕੁਅਲ ਦੇ ਵਿੱਚ ਅੱਗੇ ਜਾ ਕੇ ਆਪਾਂ ਕੀ ਕਰਾਂਗੇ, ਕੁਐਰੀਜ਼ ਲਗਾਵਾਂਗੇ। ਕੁਐਰੀਜ਼ ਦਾ ਮਤਲਬ ਕੀ ਹੈ ਕਿ ਹੁਣ ਮੰਨ ਲਓ ਕੋਈ ਮੈਂ ਡਾਟਾ ਸਿਲੈਕਟ ਕਰਨਾ, ਉਹਦੇ ਵਾਸਤੇ ਮੈਨੂੰ ਲਿਖਣਾ ਪਊਗਾ ਸਿਲੈਕਟ। ਕੀ ਲਿਖਣਾ ਪਊਗਾ, ਸਿਲੈਕਟ ਲਿਖਣਾ ਪਊਗਾ। ਇਨਸਰਟ ਕਰਨਾ ਤਾਂ ਮੈਨੂੰ ਇਨਸਰਟ ਲਿਖਣਾ ਪਊਗਾ। ਅਪਡੇਟ ਕਰਨਾ ਮੈਨੂੰ ਅਪਡੇਟ ਲਿਖਣਾ ਪਊਗਾ। ਡਿਲੀਟ ਕਰਨਾ ਮੈਨੂੰ ਡਿਲੀਟ ਲਿਖਣਾ ਪਊਗਾ। ਕਹਿਣ ਦਾ ਭਾਵ ਹਰੇਕ ਚੀਜ਼ ਵਾਸਤੇ ਅਲੱਗ-ਅਲੱਗ ਕੀਵਰਡ ਹੈ। ਹੁਣ ਇੱਥੇ ਗੱਲ ਕਰਦੇ ਹਾਂ ਜੀ, ਕੀਵਰਡ ਕੀ ਚੀਜ਼ ਹੁੰਦੀ ਹੈ। ਕੀਵਰਡ ਰਾਜੇ ਉਹ ਵਰਡ ਨੇ ਜਿਹੜੇ ਰਿਜ਼ਰਵ ਹੁੰਦੇ ਨੇ, ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਹੁਣ ਜਿਵੇਂ ਮੈਂ ਤੁਹਾਨੂੰ ਦੇਸੀ ਭਾਸ਼ਾ 'ਚ ਦੱਸਦਾ, ਜਿਵੇਂ ਹੁਣ ਪੰਜਾਬੀ ਦੇ ਵਿੱਚ ਜਿਵੇਂ 35 ਅੱਖਰੀ ਹੈ, ਤਾਂ ਊੜਾ ਊੜਾ ਐਂ ਹੈ। ਚਾਹੇ ਤੁਸੀਂ ਇੰਡੀਆ ਦੇ ਵਿੱਚ ਊੜਾ ਪਾ ਲਓ, ਚਾਹੇ ਪਾਕਿਸਤਾਨ ਦੇ ਵਿੱਚ ਜਾ ਕੇ ਪਾ ਲਓ, ਚਾਹੇ ਤੁਸੀਂ ਜਾ ਕੇ ਪਾ ਲਓ ਆਪਣਾ ਕੈਨੇਡਾ ਦੇ ਵਿੱਚ ਜਾ ਕੇ, ਊੜਾ ਊੜਾ ਹੀ ਰਹੂਗਾ। ਊੜਾ ਕਦੇ ਵੀ ਪੁੱਠਾ ਨਹੀਂ ਹੋ ਸਕਦਾ। ਉਹ ਵੱਖਰੀ ਗੱਲ ਹੈ, ਛੋਟੇ ਹੁੰਦੇ ਆਪਾਂ ਬੜੀ ਕੁੱਟ ਖਾਧੀ ਹੈ ਮਾਸਟਰਾਂ ਤੋਂ ਪੁੱਠਾ ਪਾ ਕੇ, ਬਟ ਊੜਾ ਊੜਾ ਰਹੂਗਾ। ਆੜਾ ਆੜਾ ਹੀ ਰਹੂਗਾ। ਜਾਂ ਆਪਾਂ ਐਂ ਕਹਿ ਸਕਦੇ ਹਾਂ ਏ ਹੀ ਰਹੂਗਾ। ਚਾਹੇ ਅਮਰੀਕਾ ਚਲੇ ਜਾਓ, ਚਾਹੇ ਚਲੇ ਜਾਓ ਤੁਸੀਂ ਯੂਕੇ, ਚਾਹੇ ਰਹੋ ਇੰਡੀਆ ਦੇ ਵਿੱਚ। ਤਾਂ ਇਹ ਹੁੰਦੇ ਆ ਜੀ ਰਿਜ਼ਰਵ ਵਰਡ ਕਿਸੇ ਵੀ ਭਾਸ਼ਾ ਦੇ, ਜਿਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ। ਉਵੇਂ ਮੰਨ ਲਓ ਕੀਵਰਡ ਕੀ ਹੁੰਦੇ ਨੇ, ਰਿਜ਼ਰਵ ਵਰਡ ਹੁੰਦੇ ਨੇ। ਹੁਣ ਸਿਲੈਕਟ ਆ ਤਾਂ ਸਿਲੈਕਟ ਆਪਾਂ ਨੂੰ ਐਂ ਲਿਖਣਾ ਪੈਣਾ। ਜੇ ਆਪਾਂ ਡਿਲੀਟ ਆ ਡਿਲੀਟ ਆਪਾਂ ਨੂੰ ਐਂ ਲਿਖਣਾ ਪੈਣਾ। ਇਹਨੂੰ ਕਹਿੰਦੇ ਆ ਜੀ ਕੀਵਰਡ। ਤੇ ਹਰੇਕ ਲਾਈਨ ਜਿਹੜੀ ਹੁੰਦੀ ਆ, ਹੁਣ ਜਿਵੇਂ ਪੰਜਾਬੀ ਦੇ ਵਿੱਚ ਕੋਈ ਲਾਈਨ ਐਂਡ ਹੁੰਦੀ ਆ, ਆਪਾਂ ਕੀ ਕਰਦੇ ਆ, ਆਪਾਂ ਨਾ ਡੰਡਾ ਪਾ ਦਿੰਦੇ ਆ। ਡੰਡੇ ਤੋਂ ਕੀ ਹੁੰਦਾ, ਜਿਵੇਂ ਮੰਨ ਲਓ ਮੈਂ ਕਹਿ ਦੇਵਾਂ, ਮੈਂ ਅੱਜ ਕਹਿ ਦਿੰਦਾ, ਮੈਂ ਅੱਜ ਖੁਸ਼ ਹਾਂ, ਪਿੱਛੇ ਡੰਡਾ ਪਾਤਾ ਤੇ ਮਤਲਬ ਕੀ ਲਾਈਨ ਐਂਡ ਹੋ ਰਹੀ ਹੈ। ਇੰਗਲਿਸ਼ ਦੇ ਵਿੱਚ ਆਪਾਂ ਡਾਟ ਪਾ ਦਿੰਦੇ ਆ ਲਾਈਨ ਐਂਡ ਵਾਸਤੇ। ਤਾਂ ਇੱਥੇ ਸਿਕੁਅਲ ਦੇ ਵਿੱਚ ਜੇ ਲਾਈਨ ਐਂਡ ਕਰਨੀ, ਆਪਾਂ ਨੂੰ ਕੀ ਪਾਉਣਾ ਪਊਗਾ, ਸੈਮੀ ਕੋਲਮ। ਤਾਂ ਪ੍ਰੋਗਰਾਮਿੰਗ ਦੇ ਵਿੱਚ ਜਿੰਨੀ ਵੀ ਲਾਈਨਾਂ ਹੁੰਦੀਆਂ ਉਹਨੂੰ ਐਂਡ ਕਰਨ ਵਾਸਤੇ ਸੈਮੀ ਕੋਲਮ ਹੀ ਪਾਉਣੇ ਆ। ਇਹ ਪੁੱਛਿਆ ਜਾ ਸਕਦਾ ਵੀ ਜਦੋਂ ਕੋਈ ਲਾਈਨ ਐਂਡ ਹੁੰਦੀ ਹੈ ਸਿਕੁਅਲ ਦੇ ਵਿੱਚ, ਜਾਂ ਕੋਈ ਕੁਐਰੀ ਐਂਡ ਹੁੰਦੀ ਹੈ, ਤਾਂ ਕਿਹੜਾ ਸਿੰਬਲ ਯੂਜ਼ ਕੀਤਾ ਜਾਂਦਾ, ਸੈਮੀ ਕੋਲਨ ਯੂਜ਼ ਕੀਤਾ ਜਾਂਦਾ ਹੈ, ਠੀਕ ਹੈ। ਇਹ ਯਾਦ ਰੱਖਿਓ। ਦੂਜੀ ਸਭ ਤੋਂ ਵੱਡੀ ਗੱਲ ਯਾਦ ਰੱਖਣੀ ਹੈ ਕਿ ਜਿਹੜਾ ਸਿਕੁਅਲ ਹੈਗਾ ਰਾਜੇ, ਇਹ ਕੇਸ ਸੈਂਸਿਟਿਵ ਨਹੀਂ ਹੁੰਦਾ। ਕੇਸ ਸੈਂਸਿਟਿਵ ਕੀ ਹੁੰਦਾ ਹੈ ਕਿ ਮੰਨ ਲਓ ਮੈਂ ਇੱਕ ਲਿਖਤਾ ਜੀ ਇਫ, ਇੱਕ ਲਿਖਤਾ ਜੀ ਮੈਂ ਇਫ ਛੋਟਾ, ਤੇ ਜੇ ਕੇਸ ਸੈਂਸਿਟਿਵ ਹੋਊਗਾ ਤਾਂ ਇਫ ਤੇ ਇਫ ਦੇ ਵਿੱਚ ਕੀ ਹੈ, ਫਰਕ ਹੋਊਗਾ। ਕੇਸ ਸੈਂਸਿਟਿਵ ਦਾ ਮਤਲਬ ਹੁੰਦਾ ਹੈ ਅਪਰ ਕੇਸ ਲੋਅਰ ਕੇਸ ਦੇ ਵਿੱਚ ਫਰਕ ਆ ਜਾਂਦਾ ਹੈ। ਬਟ ਸਿਕੁਅਲ ਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਜੇ ਤੁਸੀਂ ਇਫ ਛੋਟਾ ਲਿਖਤਾ ਤਾਂ ਵੀ ਉਹਦਾ ਮਤਲਬ ਉਹੀ ਹੈ, ਜੇ ਇਫ ਤੁਸੀਂ ਵੱਡਾ ਲਿਖਤਾ ਉਹਦਾ ਮਤਲਬ ਉਹੀ ਹੈ। ਬਟ ਮੋਸਟਲੀ ਜਿਹੜੀਆਂ ਜ਼ਿਆਦਾਤਰ ਪ੍ਰੋਗਰਾਮਿੰਗ ਲੈਂਗੁਏਜ ਹੁੰਦੀਆਂ ਨਾ, ਉਹਦੇ ਵਿੱਚ ਕੇਸ ਸੈਂਸਿਟਿਵ ਹੁੰਦੀਆਂ ਨੇ, ਉਹਦੇ ਵਿੱਚ ਸਮਾਲ ਦੇ ਵਿੱਚ ਲਿਖਣਾ ਪੈਂਦਾ ਹੈ। ਬਟ ਸਿਕੁਅਲ ਦੇ ਵਿੱਚ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ। ਇਹ ਵੀ ਪੁੱਛਿਆ ਜਾ ਸਕਦਾ ਤੁਹਾਨੂੰ ਕੁਐਸਚਨ ਕਿ ਸਿਕੁਅਲ ਕੇਸ ਸੈਂਸਿਟਿਵ ਹੈ ਕਿ ਨਹੀਂ ਹੈ। ਤਾਂ ਇਹ ਨਹੀਂ ਹੈ ਬਾਈ, ਇਹਦੇ ਵਿੱਚ ਕੋਈ ਚੱਕਰ ਨਹੀਂ ਹੈਗਾ। ਜੇ ਤੁਸੀਂ ਸਿਲੈਕਟ ਨੂੰ ਐਂ ਲਿਖਤਾ ਜਾਂ ਸਿਲੈਕਟ ਐਂ ਲਿਖਤਾ ਤਾਂ ਕੋਈ ਫਰਕ ਨਹੀਂ ਹੈਗਾ, ਸੇਮ ਮੀਨਿੰਗ ਹੈ ਇਹਦਾ। ਓਕੇ ਹੈ ਜੀ, ਅੱਗੇ ਵਧਦੇ ਹਾਂ ਆਪਾਂ। ਹਾਂ ਇੱਕ ਮਿੰਟ ਬਸ, ਜਸਟ 1 ਸੈਕਿੰਡ, 1 ਸੈਕਿੰਡ, ਮੈਨੂੰ ਬਸ ਇੱਕ ਸੌਫਟਵੇਅਰ ਦੇਖ ਲੈਣ ਦਿਓ ਬਸ ਬੇਟਾ, ਕਈ ਵਾਰੀ ਨਾ ਪ੍ਰੋਬਲਮ ਕ੍ਰੀਏਟ ਕਰਦਾ। ਚੱਲ ਰਿਹਾ, ਅੱਛਾ ਜੀ। ਹੁਣ ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਹੁਣ ਸਿਕੁਅਲ ਦੇ ਵਿੱਚ ਨਾ ਕਮਾਂਡਸ ਹੁੰਦੀਆਂ ਨੇ।
ਵੈਸੇ ਕਮਾਂਡਸ ਦੇ ਵਿੱਚ ਪ੍ਰੈਕਟੀਕਲ ਕਰਾਉਣਾ ਜ਼ਰੂਰੀ ਹੈ, ਮੈਂ ਪ੍ਰੈਕਟੀਕਲ ਕੋਸ਼ਿਸ਼ ਕਰੂੰਗਾ ਜਿੰਨਾ ਕਰਵਾ ਸਕਦਾ, ਅਗਲੀ ਵੀਡੀਓ 'ਚ ਕਰਾਵਾਂਗੇ। ਹੁਣ ਸਿਕੁਅਲ ਕਮਾਂਡਸ ਹੁੰਦੀਆਂ ਕੀ ਹੈ ਬੇਸਿਕਲੀ, ਤਾਂ ਤੁਹਾਨੂੰ ਮੈਂ ਦੱਸ ਕੇ ਹਟਾਂ ਵੀ ਆਪਾਂ ਡਾਟਾ ਦੇ ਉੱਪਰ ਕੰਮ ਕਰਨਾ ਹੈ। ਤਾਂ ਡਾਟਾ ਦੇ ਉੱਪਰ ਕੰਮ ਕਰਨ ਵਾਸਤੇ ਆਪਣੇ ਕੋਲੇ ਕੀ ਨੇ, ਇੱਕ ਸਟੈਂਡਰਡ ਕੀ ਨੇ, ਫਾਰਮੂਲੇ ਨੇ ਜਾਂ ਫੰਕਸ਼ਨ ਨੇ, ਜਾਂ ਆਪਣੇ ਕੋਲੇ ਕੀ ਨੇ, ਡਾਟਾਬੇਸ ਕੁਐਰੀਜ਼ ਨੇ, ਉਹਨੂੰ ਕਹਿੰਦੇ ਨੇ ਜੀ ਕਮਾਂਡ। ਹੁਣ ਕਹਿੰਦਾ ਜੀ ਸਿਕੁਅਲ ਕਮਾਂਡ ਕੀ ਹੁੰਦੀਆਂ ਨੇ, ਕਹਿੰਦਾ ਇੰਸਟਰਕਸ਼ਨਸ ਹੁੰਦੀਆਂ ਨੇ ਜਿਹੜੀਆਂ ਕੀ ਕਰਦੀਆਂ ਨੇ, ਕਮਿਊਨੀਕੇਟ ਕਰਦੀਆਂ ਨੇ ਡਾਟਾਬੇਸ ਦੇ ਨਾਲ। ਤੇ ਜਿਵੇਂ ਮੰਨ ਲਓ ਕੋਈ ਸਪੈਸ਼ਲ ਕੀ ਕਰਦੇ ਨੇ, ਮਤਲਬ ਕੋਈ ਫੰਕਸ਼ਨ ਪਰਫਾਰਮ ਕਰਨਗੀਆਂ, ਠੀਕ ਹੈ, ਜਾਂ ਕੁਐਰੀਜ਼ ਪਰਫਾਰਮ ਕਰਨਗੀਆਂ ਡਾਟਾ ਦੇ ਉੱਪਰ। ਜਿਵੇਂ ਹੁਣ ਮੰਨ ਲਓ ਮੈਂ ਤੁਹਾਨੂੰ ਕਹਤਾ ਵੀ ਡਿਲੀਟ, ਤਾਂ ਇਹ ਡਿਲੀਟ ਦਾ ਮਤਲਬ ਕੀ ਹੈ ਕਿ ਮੈਂ ਕੋਈ ਨਾ ਕੋਈ ਚੀਜ਼ ਕੀ ਕਰ ਰਿਹਾ, ਡਿਲੀਟ ਕਰ ਰਿਹਾ ਡਾਟਾਬੇਸ ਦੇ ਵਿੱਚੋਂ, ਠੀਕ ਹੈ। ਇਹ ਕੀ ਹੋਗੀ, ਤੁਹਾਡੀ ਸਿਕੁਅਲ ਕਮਾਂਡ ਹੋਗੀ। ਇਸ ਤੋਂ ਇਲਾਵਾ ਜਿਵੇਂ ਆਪਾਂ ਮਤਲਬ ਕ੍ਰੀਏਟ ਟੇਬਲ ਕਰ ਸਕਦੇ ਹਾਂ, ਐਡ ਡਾਟਾ ਟੇਬਲ ਦੇ ਵਿੱਚ ਕਰ ਸਕਦੇ ਹਾਂ, ਡਰੌਪ ਕਰ ਸਕਦੇ ਹਾਂ ਟੇਬਲ ਨੂੰ, ਮੋਡੀਫਾਈ ਕਰ ਸਕਦੇ ਹਾਂ, ਇਹ ਸਾਰੀਆਂ ਕਮਾਂਡਸ ਹੁੰਦੀਆਂ ਨੇ। ਓਕੇ ਹੈ ਜੀ। ਪਰ ਹੁਣ ਗੱਲ ਕਰਦੇ ਹਾਂ ਜੀ ਜਿੱਥੋਂ ਸਭ ਤੋਂ ਵੱਧ ਕੁਐਸਚਨ ਪੁੱਛੇ ਜਾਂਦੇ ਆ, 101% ਇੱਥੋਂ ਕੁਐਸਚਨ ਪੁੱਛਿਆ ਜਾਊਗਾ। ਤੁਸੀਂ ਚਾਹੇ ਸਪੋਰਟਿਵ ਸਟਾਫ ਵਾਸਤੇ ਪੜ੍ਹ ਰਹੇ ਹੋ, ਚਾਹੇ ਤੁਸੀਂ ਸਿਵਿਲੀਅਨ ਸਟਾਫ ਵਾਸਤੇ ਪੜ੍ਹ ਰਹੇ ਹੋ, ਉਹਦਾ ਪੇਪਰ ਤਾਂ ਬੜੇ ਨਜ਼ਦੀਕ ਹੈ। ਤਾਂ ਸਿਕੁਅਲ ਦੇ ਵਿੱਚ ਰਾਜੇ 5 ਤਰ੍ਹਾਂ ਦੀਆਂ ਹੁੰਦੀਆਂ, ਇੱਕ DDL ਕਮਾਂਡਸ ਹੁੰਦੀਆਂ, ਇੱਕ DML ਕਮਾਂਡਸ ਹੁੰਦੀਆਂ, DCL, TCL ਤੇ DQL। ਪਹਿਲੀ ਗੱਲ ਤਾਂ ਤੁਹਾਨੂੰ ਇਹਨਾਂ ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਹੈ। ਪਹਿਲੀ ਗੱਲ ਤਾਂ ਤੁਹਾਨੂੰ ਇਹਨਾਂ ਦੀ ਫੁੱਲ ਫਾਰਮ ਆਉਣੀ ਚਾਹੀਦੀ ਹੈ। ਫੁੱਲ ਫਾਰਮ ਤੇ ਬੜੇ ਕੁਐਸਚਨ ਆ ਜਾਂਦੇ ਆ, ਉਹ ਤੁਹਾਨੂੰ ਮੈਂ ਅੱਗੇ ਜਾ ਕੇ ਕਰਾਉਣਾ। ਜਿਵੇਂ ਮੰਨ ਲਓ ਡਾਟਾ ਡੈਫੀਨੇਸ਼ਨ ਲੈਂਗੁਏਜ ਹੈ, ਡਾਟਾ ਮੈਨੂਪੂਲੇਸ਼ਨ ਲੈਂਗੁਏਜ ਹੈ, ਡਾਟਾ ਕੰਟਰੋਲ ਲੈਂਗੁਏਜ ਹੈ, ਟ੍ਰਾਂਜੈਕਸ਼ਨ ਕੰਟਰੋਲ ਲੈਂਗੁਏਜ ਹੈ ਨਾ। ਤੇ ਇਹ ਸਾਰਾ ਕੁਛ ਤੁਹਾਨੂੰ ਮੈਂ ਕਰਵਾਉਂਗਾ। ਪਹਿਲਾਂ ਆਪਾਂ ਦੇਖਦੇ ਹਾਂ। ਦੇਖੋ ਪਹਿਲਾ ਕੁਐਸਚਨ ਤਾਂ ਇਹ ਬਣਦਾ ਵੀ ਇਹਨਾਂ ਦੀ ਫੁੱਲ ਫਾਰਮ ਪੁੱਛੀ ਜਾਊਗੀ। ਦੂਜਾ ਇਹ ਚੀਜ਼ ਪੁੱਛ ਲੈਂਦੇ ਆ, ਤੁਹਾਨੂੰ ਕਹਿ ਦੇਣਗੇ ਜਿਵੇਂ ਮੰਨ ਲਓ ਤੁਹਾਨੂੰ ਕਹਿ ਦੇਣਗੇ ਜੀ, ਮੰਨ ਲਓ ਕ੍ਰੀਏਟ, ਜਿਹੜੀ ਕ੍ਰੀਏਟ ਕਮਾਂਡ ਹੈ ਉਹ ਕਿਸ ਦੀ ਕਮਾਂਡ ਹੈ। ਆਪਸ਼ਨਾਂ ਹੋਣਗੀਆਂ ਤੁਹਾਡੇ ਕੋਲ, DDL ਦੀ ਕਮਾਂਡ ਹੈ, DML ਲੈਂਗੁਏਜ ਦੀ ਕਮਾਂਡ ਹੈ, TCL ਦੀ ਕਮਾਂਡ ਹੈ, ਜਾਂ ਨਨ ਆਫ ਅਬਵ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਜਿਹੜੀ ਕ੍ਰੀਏਟ ਕਮਾਂਡ ਹੈ ਕਿਹਦੇ ਅੰਡਰ ਆਉਂਦੀ ਹੈ, ਠੀਕ ਹੈ। ਡਿਲੀਟ ਕਮਾਂਡ ਕਿਹਦੇ ਅੰਡਰ ਆਉਂਦੀ ਹੈ। ਤਾਂ ਬੜਾ ਸੌਖਾ ਹੈ ਇਹ ਸਮਝਣਾ, ਪਰ ਇੱਥੋਂ ਕੁਐਸਚਨ ਪੱਕਾ ਬਣੂਗਾ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ DDL ਹੈ। DDL ਦਾ ਮਤਲਬ ਹੁੰਦਾ ਹੈ ਜੀ ਡਾਟਾ ਡੈਫੀਨੇਸ਼ਨ ਲੈਂਗੁਏਜ। ਡੈਫੀਨੇਸ਼ਨ ਦਾ ਮਤਲਬ ਹੁੰਦਾ ਕਿ ਮੈਂ ਹੁਣ ਫੋਨ ਲੈ ਕੇ ਆਇਆ, ਮੈਂ ਨਾਲ ਫੋਨ ਦੀ ਐਗਜ਼ਾਮਪਲ ਚੱਕ ਰਿਹਾ, ਮੈਂ ਫੋਨ ਲੈ ਕੇ ਆਇਆ, ਮੇਰੀ ਜਿਹੜੀ ਕੰਟੈਕਟ ਲਿਸਟ ਹੁੰਦੀ ਹੈ ਬਿਲਕੁਲ ਖਾਲੀ ਹੈ। ਜਦੋਂ ਚੀਜ਼ ਖਾਲੀ ਹੈ ਤਾਂ ਹਜੇ ਆਪਾਂ ਕੁਝ ਵੀ ਨਹੀਂ ਕੀਤਾ, ਆਪਾਂ ਡਾਟਾ ਦੇ ਵਿੱਚ ਕੀ ਕਰਨਾ, ਭਰਨਾ ਹੈ। ਤਾਂ ਕਹਿਣ ਦਾ ਭਾਵ ਉਹਨੂੰ ਆਪਾਂ ਕੀ ਕਰਨਾ, ਡੈਫੀਨੇਸ਼ਨ ਦੇਣੀ ਹੈ। ਤਾਂ ਮੰਨ ਲਓ ਮੈਂ 2-3 ਕੰਟੈਕਟ ਸੇਵ ਕਰਤੇ, ਤਾਂ ਮੈਂ ਕੀ ਕਰਤਾ, ਉਹਨੂੰ ਕ੍ਰੀਏਟ ਕਰ ਲਿਆ। ਤਾਂ ਕ੍ਰੀਏਟ ਕਿੱਥੇ ਹੋਊਗਾ, ਜਦੋਂ ਆਪਾਂ ਕੋਈ ਫੋਨ ਲੈ ਕੇ ਆਏ ਹਾਂ ਖਾਲੀ, ਤਾਂ ਸਟਾਰਟਿੰਗ ਦੇ ਵਿੱਚ ਡਾਟਾਬੇਸ ਕੀ ਹੋਊਗਾ, ਬਿਲਕੁਲ ਖਾਲੀ ਹੋਊਗਾ। ਤਾਂ ਡਾਟਾਬੇਸ ਨੂੰ ਦੇ ਵਿੱਚ ਆਪਾਂ ਪਹਿਲਾਂ ਟੇਬਲ ਕ੍ਰੀਏਟ ਕਰਾਂਗੇ, ਤਾਂ ਹੀ ਉਹਦੇ ਵਿੱਚ ਡਾਟਾ ਭਰਾਂਗੇ ਨਾ। ਤਾਂ ਟੇਬਲ ਨੂੰ ਕ੍ਰੀਏਟ ਕਰਨਾ ਆਪਾਂ, ਤਾਂ ਕ੍ਰੀਏਟ ਕਰਨ ਵਾਸਤੇ ਜਿਹੜੀ ਕਮਾਂਡ ਹੁੰਦੀ ਹੈ ਉਹ ਕਿਹਦੇ ਅੰਡਰ ਆਉਂਦੀ ਹੈ ਜੀ, ਡਾਟਾ ਡੈਫੀਨੇਸ਼ਨ ਲੈਂਗੁਏਜ ਦੇ ਅੰਡਰ ਆਉਂਦੀ ਹੈ। ਫਿਰ ਡਰੌਪ ਕਮਾਂਡ ਹੋ ਗਈ, ਅਲਟਰ ਕਮਾਂਡ ਹੋ ਗਈ, ਠੀਕ ਹੈ, ਟਰਨਕੇਟ ਹੋ ਗਈ, ਇਹ ਸਾਰੀਆਂ ਇਹਦੇ ਅੰਡਰ ਆਉਂਦੀਆਂ ਨੇ, ਠੀਕ ਹੈ। ਮੈਂ ਸਾਰਾ ਕੁਝ ਕਰਾਉਂਗਾ, ਡੋਂਟ ਵਰੀ, ਟੈਨਸ਼ਨ ਨਹੀਂ ਲੈਣੀ ਕਿ ਇਹਦੀ ਮੈਂ ਜਦੋਂ ਨਾਲ ਨਾਲ ਪ੍ਰੈਕਟੀਕਲ ਦੱਸਿਆ, ਐਗਜ਼ਾਮਪਲ ਦੱਸੀ, ਤੁਹਾਨੂੰ ਸਮਝ ਆ ਜਾਊਗਾ। ਅੱਜ ਸਿਰਫ ਇੰਟਰੋਡਕਸ਼ਨ ਦੱਸ ਰਿਹਾ। ਹੁਣ ਡਾਟਾ ਮੈਨੂਪੂਲੇਸ਼ਨ ਹੈ। ਮੈਨੂਪੂਲੇਸ਼ਨ ਦਾ ਮਤਲਬ ਹੁੰਦਾ ਕਿ ਡਾਟਾ ਦੇ ਉੱਪਰ ਆਪਾਂ ਵਰਕ ਕਰਦੇ ਹਾਂ। ਜਿਵੇਂ ਮੰਨ ਲਓ ਇਨਸਰਟ ਕਰਨਾ, ਟੇਬਲ ਦੇ ਵਿੱਚ ਨਵਾਂ ਡਾਟਾ ਇਨਸਰਟ ਕਰਨਾ, ਅਪਡੇਟ ਕਰਨਾ, ਡਿਲੀਟ ਕਰਨਾ, ਠੀਕ ਹੈ, ਇਹ ਸਾਰਾ ਕੀ ਹੈ, DML ਦੇ ਅੰਡਰ ਆਉਂਦਾ ਹੈ। ਫਿਰ ਆਪਾਂ ਮੰਨ ਲਓ ਕੋਈ ਕੰਟਰੋਲ ਕਰਨਾ, ਕਿਸੇ ਚੀਜ਼ ਨੂੰ ਗ੍ਰਾਂਟ ਦੇਣੀ ਹੈ। ਗ੍ਰਾਂਟ ਦਾ ਮਤਲਬ ਹੁੰਦਾ ਪਰਮਿਸ਼ਨ ਦੇਣੀ। ਹੁਣ ਮੰਨ ਲਓ ਮੈਂ ਰੂਮ ਦੇ ਵਿੱਚ ਬੈਠਾ ਕੰਮ ਕਰ ਰਿਹਾ, ਕੋਈ ਬੰਦਾ ਬਾਹਰੋਂ ਆਇਆ, ਉਹ ਪੁੱਛੂਗਾ ਵੀ ਮੈਂ ਤੁਹਾਡੇ ਰੂਮ 'ਚ ਆ ਜਾ, ਉਹਨੂੰ ਕਹਿ ਦਿੰਦੇ ਜੀ ਗ੍ਰਾਂਟ। ਰਿਵੋਕ ਦਾ ਮਤਲਬ ਹੁੰਦਾ ਜੀ ਆਪਾਂ ਰੋਕ ਦਿੰਦੇ ਆ। ਰਿਵੋਕ ਨੂੰ ਤਾਂ ਯਾਦ ਰੱਖ ਲਿਓ, ਪੰਜਾਬੀ ਦੇ ਵਿੱਚ ਰਿਵੋਕ ਰੋਕਤਾ। ਆਪਾਂ ਕਹਤਾ ਨਹੀਂ ਭਾਈ ਮੈਂ ਬਹੁਤ ਬਿਜ਼ੀ ਹਾਂ, ਤੂੰ ਬਾਅਦ 'ਚ ਆਈ, ਠੀਕ ਹੈ। TCL ਦੇ ਵਿੱਚ ਹੁੰਦਾ ਜੀ ਕਮਿਟ ਕਰਨਾ। ਹੁਣ ਮੰਨ ਲਓ ਕੋਈ ਬੰਦੇ ਨੇ ਕਹਿਤਾ ਵੀ ਮੈਂ ਤੇਰੀ ਗੱਡੀ ਲੈ ਜਾ 10 ਮਿੰਟ ਵਾਸਤੇ, ਜਾਂ ਬਾਈਕ ਲੈ ਜਾ 10 ਮਿੰਟ ਵਾਸਤੇ। ਆਪਾਂ ਕਹਿੰਦੇ ਆ ਚਲ ਕੋਈ ਗੱਲ ਨਹੀਂ ਲੈ ਜਾ ਯਾਰ, ਕਮਿਟ ਕਰਤਾ। ਆਪਾਂ ਕਹਿੰਦੇ ਲੈ ਜਾ, ਕੋਈ ਚੱਕਰ ਨਹੀਂ। ਰੋਲ ਬੈਕ ਦਾ ਮਤਲਬ ਹੁੰਦਾ ਵੀ ਕੋਈ ਬੰਦਾ ਤੁਹਾਡੇ ਤੋਂ ਗੱਡੀ ਮੰਗਣ ਆਇਆ, ਤੁਸੀਂ ਕਹਿੰਦੇ ਨਹੀਂ ਯਾਰ, ਆਪਾਂ ਗੋਲ-ਮੋਲ ਗੱਲ ਕਰਤੀ। ਰੋਲ ਦਾ ਮਤਲਬ ਗੋਲ-ਮੋਲ ਗੱਲ ਕਰਤੀ। ਆਪਾਂ ਕਹਿੰਦਾ ਨਹੀਂ ਯਾਰ ਰਹਿਣ ਦੇ, ਮੈਂ ਤਾਂ ਆਪ ਜਾਣਾ ਹਜੇ, ਮੈਂ ਨਹੀਂ ਦੇ ਸਕਦਾ ਤੈਨੂੰ। ਤਾਂ ਰੋਲ ਬੈਕ ਦਾ ਮਤਲਬ ਹੁੰਦਾ ਕਿ ਯੂਜ਼ਰ ਕੁਝ ਵੀ ਅਪਡੇਟ ਕਰਨ ਦੀ ਕੋਸ਼ਿਸ਼ ਕਰੂਗਾ, ਸਿਸਟਮ ਉਹਨੂੰ ਰੋਲ ਬੈਕ ਕਰ ਦੂਗਾ, ਕਹੂਗਾ ਨਹੀਂ ਤੂੰ ਨਹੀਂ ਕਰ ਸਕਦਾ ਭਾਈ। ਸੇਵ ਪੁਆਇੰਟ ਦਾ ਮਤਲਬ ਹੁੰਦਾ, ਸੇਵ ਪੁਆਇੰਟ ਦਾ ਤੁਹਾਨੂੰ ਮੈਂ ਦੱਸਦਾ ਅੱਗੇ ਜਾ ਕੇ, ਠੀਕ ਹੈ। ਤੇ DQL ਦੇ ਵਿੱਚ ਹੁੰਦਾ ਜੀ ਸਿਲੈਕਟ। DQL ਦਾ ਮਤਲਬ ਹੁੰਦਾ ਕਿ ਆਪਾਂ ਕੋਈ ਕੰਡੀਸ਼ਨ ਲਗਾ ਕੇ ਕੋਈ ਡਾਟਾ ਸਿਲੈਕਟ ਕਰਨਾ। ਜਿਵੇਂ ਮੰਨ ਲਓ ਮੇਰੇ ਕੋਲ ਟੇਬਲ ਪਿਆ ਹੈ, ਉਹਦੇ ਵਿੱਚ ਮੇਰੇ ਸਟੂਡੈਂਟ ਦੀ ਲਿਸਟ ਪਈ ਹੈ, ਉਹਦੇ ਵਿੱਚੋਂ ਮੈਂ ਚੱਕਣੇ ਆ ਬੱਚੇ ਜਿਹੜੇ 33% ਤੋਂ ਵੱਧ ਵਾਲੇ ਆ, ਤਾਂ ਉਹਦੇ ਵਾਸਤੇ ਮੈਂ DQL ਕਮਾਂਡ ਲਗਾਊਂਗਾ, ਠੀਕ ਹੈ ਜੀ। ਤਾਂ ਇਹਨਾਂ ਸਾਰੀਆਂ ਕਮਾਂਡਸ ਨੂੰ ਤੁਸੀਂ ਕੈਟਾਗਰੀ ਵਾਈਜ਼ ਥੋੜਾ ਜਿਹਾ ਦਿਮਾਗ 'ਚ ਬਿਠਾ ਲਿਓ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਹੜੀ DDL ਹੈਗੀ ਰਾਜੇ, ਉਹਨੂੰ ਕਹਿ ਦਿੰਦੇ ਆ ਜੀ ਡਾਟਾ ਡੈਫੀਨੇਸ਼ਨ ਲੈਂਗੁਏਜ। ਇਹ ਮੈਂ ਫੁੱਲ ਫਾਰਮ ਵਾਰ-ਵਾਰ ਕਹਿ ਰਿਹਾ, ਇਹ ਤਾਂ ਪੁੱਛੀ ਜਾਊਗੀ। ਹੁਣ ਕਹਿੰਦਾ ਜਿਹੜਾ DDL ਹੈਗੀ, ਕਹਿੰਦਾ ਚੇਂਜ ਦਾ ਸਟਰਕਚਰ ਆਫ ਦਾ ਟੇਬਲ। ਇਹ ਟੇਬਲ ਦੇ ਸਟਰਕਚਰ ਤੇ ਕੰਮ ਕਰਦੀ ਹੈ, ਯਾਦ ਰੱਖਿਓ। ਡਾਟਾ ਤੇ ਕੰਮ ਨਹੀਂ ਕਰ ਰਹੀ ਇਹ ਹਜੇ ਸਿਰਫ ਸਟਰਕਚਰ ਤੇ ਕੰਮ ਕਰ ਰਹੀ ਹੈ। ਹੁਣ ਜੇ ਮੈਂ ਗੱਲ ਕਰਾਂ ਕ੍ਰੀਏਟ ਦੀ, ਕ੍ਰੀਏਟ ਦਾ ਮਤਲਬ ਇਹ ਨਹੀਂ ਕਿ ਟੇਬਲ ਦੇ ਵਿੱਚ ਡਾਟਾ ਆ ਜਾਊਗਾ ਨਾ, ਸਿਰਫ ਮੈਂ ਹਜੇ ਟੇਬਲ ਦਾ ਕੀ ਕਰੂੰਗਾ, ਸਟਰਕਚਰ ਕ੍ਰੀਏਟ ਕਰੂੰਗਾ। ਇਹ DDL ਕੀ ਕਰਦੀ ਹੈ, ਸਟਰਕਚਰ ਕ੍ਰੀਏਟ ਕਰਦੀ ਹੈ। ਮੰਨ ਲਓ ਮੈਂ ਸਟਰਕਚਰ ਕ੍ਰੀਏਟ ਕਰਤਾ, ਉਹਦੇ ਵਿੱਚ ਕੀ ਹੈ, 3 ਕਾਲਮ ਹੋਣਗੇ ਜੀ। ਇਹ ਮੈਂ ਸਟਰਕਚਰ ਕ੍ਰੀਏਟ ਕਰਤਾ, ਕਾਲਮ ਦੇ ਵਿੱਚ ਡਾਟਾ ਹਜੇ ਕੁਝ ਨਹੀਂ ਭਰਿਆ ਮੈਂ, ਇੰਨੀਆਂ ਰੋਜ਼ ਹੋਣਗੀਆਂ, ਇੰਨੇ ਕਾਲਮ ਹੋਣਗੇ, ਇਹ ਹੈ ਜੀ ਕ੍ਰੀਏਟ ਕਮਾਂਡ,
ਠੀਕ ਹੈ। ਤੇ ਇਹ ਸਾਰੀਆਂ ਕਿਹਦੇ ਅੰਡਰ ਆਉਂਦੀਆਂ ਜੀ, DDL ਦੇ ਅੰਡਰ ਆਉਂਦੀਆਂ। ਹੁਣ ਅਲਟਰ ਕੀ ਕਰਦੀ ਹੈ, ਡ੍ਰੌਪ ਕੀ ਕਰਦੀ ਹੈ, ਇਹ ਸਾਰੀਆਂ ਮੈਂ ਅਗਲੀ ਵਾਰੀ ਕਰਵਾਉਂਗਾ। ਓਕੇ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਗਿਆ ਜੀ ਡਾਟਾ ਮੈਨੂਪੂਲੇਸ਼ਨ ਲੈਂਗੁਏਜ। ਹੁਣ ਡਾਟਾ ਮੈਨੂਪੂਲੇਸ਼ਨ ਕੀ ਕੰਮ ਕਰਦੀ, ਜਿਵੇਂ ਇਨਸਰਟ ਕਰਨਾ, ਅਪਡੇਟ ਕਰਨਾ, ਡਿਲੀਟ ਕਰਨਾ। ਹੁਣ ਟੇਬਲ ਬਣ ਗਿਆ, ਹੁਣ ਟੇਬਲ ਦੇ ਵਿੱਚ ਆਪਾਂ ਇਨਸਰਟ ਕਰਨਾ। ਮੰਨ ਲਓ ਮੈਂ ਇਹਦੇ ਵਿੱਚ ਇਨਸਰਟ ਕਰਤਾ, ਇੱਕ ਨੰਬਰ ਬੰਦੇ ਦਾ ਨਾਮ ਸੀਗਾ ਜੀ ABC, ਉਹਦੀ ਏਜ ਹੈਗੀ ਹੈ ਜੀ 30 ਸਾਲ। ਫਿਰ ਇਨਸਰਟ ਕਰਤਾ ਜੀ, ਮੈਂ ਦੂਜਾ ਬੰਦਾ ਹੈਗਾ ਜੀ PQR, ਉਹਦੀ ਏਜ ਹੈਗੀ ਹੈ ਜੀ 40। ਤਾਂ ਇਹ ਇਨਸਰਟ ਕਮਾਂਡ ਦੇ ਵਿੱਚ ਜਾ ਕੇ ਕੰਮ ਹੋਊਗਾ। ਅਪਡੇਟ ਕਰ ਸਕਦੇ ਹਾਂ ਆਪਾਂ, ਡਿਲੀਟ ਕਰ ਸਕਦੇ ਹਾਂ। ਅੱਗੇ ਗੱਲ ਕਰਦੇ ਹਾਂ ਜੀ ਆਪਾਂ ਡਾਟਾ ਕੰਟਰੋਲ ਕਰ ਸਕਦੇ ਹਾਂ। ਹੁਣ ਡਾਟਾ ਨੂੰ ਕੰਟਰੋਲ ਕਰਨ ਵਾਸਤੇ ਦੋ ਹੁੰਦੀਆਂ ਕਮਾਂਡ, ਇੱਕ ਗ੍ਰਾਂਟ ਤੇ ਇੱਕ ਹੁੰਦੀ ਹੈ ਜੀ ਰੀਵੋਕ। ਗ੍ਰਾਂਟ ਕੀ ਹੁੰਦਾ, ਕਹਿੰਦਾ ਇਟ ਇਜ਼ ਯੂਜ਼ਡ ਟੂ ਗਿਵ ਯੂਜ਼ਰ ਅਸੈਸ ਪ੍ਰਿਵਿਲੇਜ ਟੂ ਦਾ ਡਾਟਾਬੇਸ। ਆਪਾਂ ਕਹਿ ਦਿੰਦੇ ਹਾਂ ਵੀ ਹਾਂ ਵੀ ਯੂਜ਼ਰ ਚਾਹੁੰਦਾ ਵੀ ਉਹ ਡਾਟਾਬੇਸ ਨੂੰ ਯੂਜ਼ ਕਰਨਾ ਚਾਹੁੰਦਾ ਹੈ, ਤਾਂ ਆਪਾਂ ਕਹਿ ਦਿੰਦੇ ਹਾਂ ਭਾਈ ਕਰ ਲਾ ਯੂਜ਼। ਜਿਵੇਂ ਤੁਹਾਨੂੰ ਮੈਂ ਐਗਜ਼ਾਮਪਲ ਦੱਸੀ ਹੈ ਬਾਈਕ ਦੀ, ਗੱਡੀ ਦੀ, ਵੀ ਆਪਾਂ ਕਹਤਾ ਯਾਰ ਤੂੰ ਕੋਈ ਗੱਲ ਨਹੀਂ ਤੂੰ ਯੂਜ਼ ਕਰ ਲਾ। ਰਿਵੋਕ ਦਾ ਮਤਲਬ ਹੁੰਦਾ ਕਿ ਆਪਾਂ ਟੇਕ ਬੈਕ ਪਰਮਿਸ਼ਨ। ਆਪਾਂ ਯੂਜ਼ਰ ਨੂੰ ਕਹਿਤਾ ਯਾਰ ਨਹੀਂ ਮੈਂ ਨਹੀਂ ਤੈਨੂੰ ਦੇਣੀ ਗੱਡੀ, ਆਪਾਂ ਕਹਤਾ ਯਾਰ ਮੈਨੂੰ ਤਾਂ ਆਪ ਲੋੜ ਹੈ, ਮੈਂ ਨਹੀਂ ਤੈਨੂੰ ਗੱਡੀ ਦੇਣੀ। ਠੀਕ ਹੈ, ਤਾਂ ਉਹ ਹੋ ਗਿਆ ਜੀ ਰਿਵੋਕ। ਮੈਂ ਉਹਨੂੰ ਉਹ ਤੋਂ ਪਰਮਿਸ਼ਨ ਕੀ ਲੈ ਲਈ, ਬੈਕ ਲੈ ਲਈ। ਠੀਕ ਹੈ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਅੱਗੇ ਹੈਗਾ ਜੀ TCL। ਇਹਦੀ ਫੁੱਲ ਫਾਰਮ ਬਹੁਤ ਪੁੱਛੀ ਜਾਂਦੀ ਹੈ, 101% ਪੁੱਛੀ ਜਾਊਗੀ ਮੈਨੂੰ ਜਿੱਥੇ ਤੱਕ ਮੈਨੂੰ ਲੱਗਦਾ ਹੈ। TCL ਹੁੰਦੀ ਹੈ ਜੀ ਟ੍ਰਾਂਜੈਕਸ਼ਨਸ ਕੰਟਰੋਲ ਲੈਂਗੁਏਜ। ਟ੍ਰਾਂਜੈਕਸ਼ਨ ਕੀ ਹੁੰਦੀ ਹੈ ਕਿ ਮੰਨ ਲਓ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ, ਬੇਸਿਕਲੀ ਇਹ ਯੂਜ਼ ਹੁੰਦੀ ਹੈ ਇਨਸਰਟ ਤੇ ਡਿਲੀਟ ਤੇ ਅਪਡੇਟ ਦੇ ਨਾਲ। ਠੀਕ ਹੈ। ਹੁਣ ਜਿਵੇਂ ਮੰਨ ਲਓ ਆਪਾਂ ਕੋਈ ਨਵੀਂ ਚੀਜ਼ ਇਨਸਰਟ ਕਰ ਰਹੇ ਹਾਂ, ਤਾਂ ਜੇ ਮੰਨ ਲਓ ਸਿਸਟਮ ਨੇ ਆਪਾਂ ਨੂੰ ਕਹਿਤਾ ਕਮਿਟ, ਤਾਂ ਉਹ ਚੀਜ਼ ਇਨਸਰਟ ਹੋ ਜਾਊਗੀ। ਜੇ ਸਿਸਟਮ ਨੇ ਕਹਿਤਾ ਰੋਲ ਬੈਕ, ਆਪਾਂ ਉਹ ਚੀਜ਼ ਨਵੀਂ ਇਨਸਰਟ ਨਹੀਂ ਕਰ ਸਕਦੇ। ਹੁਣ ਮੰਨ ਲਓ ਆਪਾਂ ਕੋਈ ਚੀਜ਼ ਡਿਲੀਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਸਿਸਟਮ ਨੇ ਕਹਿਤਾ ਕਮਿਟ, ਤਾਂ ਡਿਲੀਟ ਹੋ ਜਾਊਗੀ, ਅਦਰਵਾਈਜ਼ ਡਿਲੀਟ ਨਹੀਂ ਹੋਊਗੀ। ਠੀਕ ਹੈ ਜੀ। ਤਾਂ ਸੇਵ, ਦੇਖੋ ਕਮਿਟ ਦਾ ਮਤਲਬ ਕੀ ਹੈ, ਕਹਿੰਦਾ ਕਮਿਟ ਕਮਾਂਡ ਇਜ਼ ਯੂਜ਼ਡ ਟੂ ਸੇਵ ਆਲ ਦਾ ਟ੍ਰਾਂਜੈਕਸ਼ਨ ਟੂ ਦਾ ਡਾਟਾਬੇਸ। ਕਿ ਮੇਰੇ ਕੋਲ ਇੱਕ ਡਾਟਾਬੇਸ ਬਣਿਆ ਪਿਆ, ਇਹਦੇ ਵਿੱਚ ਮੰਨ ਲਓ ਹੁਣ ਮੈਂ ਨਵੀਂ ਚੀਜ਼ ਇਨਸਰਟ ਕਰਤੀ ਹੈ, ਉਸ ਤੋਂ ਬਾਅਦ ਸੇਵ ਵੀ ਤਾਂ ਕਰਨਾ ਪਊਗਾ ਨਾ ਉਹਨੂੰ। ਤਾਂ ਐਂ ਕਹਿ ਲਓ ਸੇਵ ਕਰਨ ਵਾਸਤੇ ਕੀ ਆਪਣੇ ਕੋਲੇ ਕਮਿਟ ਕਮਾਂਡ ਹੈ। ਰੋਲ ਬੈਕ ਹੈਗੀ ਹੈ ਜੇ ਆਪਾਂ ਅਨਡੂ ਕਰਨਾ, ਆਪਾਂ ਕਹਿਆ ਵੀ ਨਹੀਂ, ਮੰਨ ਲਓ ਕੋਈ ਰਿਕਾਰਡ ਡਿਲੀਟ ਕਰਨ ਦੀ ਕੋਸ਼ਿਸ਼ ਕੀਤੀ ਯੂਜ਼ਰ ਨੇ, ਆਪਾਂ ਕਹਿੰਦਾ ਨਹੀਂ ਕਰਨਾ, ਤਾਂ ਅਨਡੂ ਦਾ ਮਤਲਬ ਕੀ ਹੋ ਜਾਊਗਾ, ਉਹ ਵਾਪਸ ਆ ਜਾਊਗਾ, ਉਹ ਡਿਲੀਟ ਨਹੀਂ ਹੋਊਗਾ। ਠੀਕ ਹੈ ਜੀ। ਇਹ ਹੈਗੀ ਜੀ ਤੁਹਾਡੀ ਰੋਲ ਬੈਕ ਕਮਾਂਡ। ਕਹਿੰਦਾ ਰੋਲ ਬੈਕ ਕਮਾਂਡ ਇਜ਼ ਯੂਜ਼ਡ ਟੂ ਅਨਡੂ ਟ੍ਰਾਂਜੈਕਸ਼ਨਸ ਦੈਟ ਹੈਵ ਨਾਟ ਆਲਰੇਡੀ ਬੀਨ ਸੇਵਡ। ਤਾਂ ਜਿਹੜੀ ਸੇਵ ਨਹੀਂ ਹੋਈ ਤਾਂ ਉਹਨੂੰ ਅਨਡੂ ਆਪਾਂ ਕਰ ਸਕਦੇ ਹਾਂ। ਤੇ ਸੇਵ ਪੁਆਇੰਟ ਹੁੰਦਾ, ਮੰਨ ਲਓ ਸੇਵ ਪੁਆਇੰਟ ਦਾ ਮਤਲਬ ਕੀ ਹੁੰਦਾ ਕਿ ਮੰਨ ਲਓ ਇੱਕ ਬੰਦੇ ਨੇ A ਪੁਆਇੰਟ ਤੋਂ ਚੱਲ ਕੇ B ਪੁਆਇੰਟ ਤੇ ਜਾਣਾ ਸੀਗਾ, ਉਹ ਸਫ਼ਰ ਲੰਮਾ ਸੀਗਾ, ਉਹ ਕੀ ਕਰਦਾ A ਪੁਆਇੰਟ ਤੋਂ ਲੈ ਕੇ ਇੱਥੇ ਰੁਕ ਜਾਂਦਾ ਹੈ। ਇਹਨੂੰ ਆਪਾਂ ਕਹਿ ਦਿੰਦੇ ਹਾਂ, ਇਹਨੂੰ ਆਪਾਂ ਕਹਿ ਦਿੰਦੇ ਮਿਡਲ ਪੁਆਇੰਟ। ਤਾਂ ਇੱਥੇ ਰੁਕ ਗਿਆ, ਕੁਝ ਦੇਰ ਉਹਨੇ ਆਰਾਮ ਕੀਤਾ, ਫਿਰ ਚੱਲ ਪਿਆ। ਤਾਂ ਇਹ ਜਿਹੜਾ ਪੁਆਇੰਟ ਹੈਗਾ ਉਹਦਾ ਆਪਾਂ ਐਂ ਕਹਿ ਸਕਦੇ ਹਾਂ ਸੇਵ ਪੁਆਇੰਟ। ਮਤਲਬ ਕਿ ਪਹਿਲਾਂ ਇੱਥੇ ਰੁਕ ਕੇ ਉਹਨੇ ਆਰਾਮ ਕੀਤਾ, ਇੰਨਾ ਜਿਹੜਾ ਦੂਰੀ ਹੈਗੀ ਤੈਅ ਕੀਤੀ, ਫਿਰ ਅਗਲੀ ਦੂਰੀ ਤੈਅ ਕੀਤੀ। ਉਵੇਂ ਰਾਜੇ ਮੰਨ ਲਓ ਕੋਈ ਬੰਦਾ ਕੰਮ ਕਰ ਰਿਹਾ, ਆਪਾਂ ਮਤਲਬ ਕਿ ਉਹਨੇ ਇੰਨਾ ਕੰਮ ਕੀਤਾ, ਆਪਾਂ ਉਸ ਤੋਂ ਬਾਅਦ ਚੈੱਕ ਕਰਾਂਗੇ ਉਹਨੂੰ ਰੋਲ ਬੈਕ ਕਰਨਾ ਕਿ ਪਰਮਿਸ਼ਨ ਦੇਣੀ ਹੈ। ਤਾਂ ਜਿੱਥੇ ਆਪਾਂ ਰੋਕ ਰਹੇ ਹਾਂ ਉਹਨੂੰ ਆਪਾਂ ਸੇਵ ਪੁਆਇੰਟ ਕੀ ਕਰ ਦਾਂਗੇ, ਉਹਨੂੰ ਆਪਾਂ ਉਸ ਪੁਆਇੰਟ ਨੂੰ ਕੀ ਕਰ ਦਾਂਗੇ, ਆਪਾਂ ਸੇਵ ਕਰ ਦਾਂਗੇ। ਉਸ ਚੀਜ਼ ਨੂੰ ਕੀ ਕਰ ਦਿੰਦੇ, ਸੇਵ ਪੁਆਇੰਟ। ਮੰਨ ਲਓ ਕਿ ਆਪਾਂ ਇੰਨਾ ਕੰਮ ਕਰ ਲਿਆ, ਐਂ ਕਹਿ ਲਓ ਯਾਰ ਕੋਈ ਕੰਮ ਸੀਗਾ 2 ਦਿਨ ਦੇ ਵਿੱਚ ਹੋਣਾ ਸੀਗਾ, ਇੰਨਾ ਕੰਮ ਸੀਗਾ, ਇਹ 2 ਦਿਨ ਦਾ ਕੰਮ ਸੀਗਾ, 2 ਡੇ ਦਾ ਵਰਕ ਸੀਗਾ। ਇੱਕ ਦਿਨ ਕੰਮ ਕੀਤਾ ਆਪਾਂ, ਇੱਥੇ ਆਪਾਂ ਸੇਵ ਕਰਤਾ ਵੀ ਅੱਜ ਇੰਨਾ ਕੰਮ ਖਤਮ ਹੋ ਗਿਆ, ਅਗਲੇ ਦਿਨ ਉੱਥੇ ਆ ਕੇ ਸਟਾਰਟ ਕਰ ਲਿਆ, ਇਹਨੂੰ ਕਹਿ ਦਿੰਦੇ ਜੀ ਸੇਵ ਪੁਆਇੰਟ। ਠੀਕ ਹੈ ਜੀ। ਆਈ ਹੋਪ ਤੁਹਾਨੂੰ ਸਮਝ ਲੱਗ ਗਿਆ ਹੋਊਗਾ। ਤੇ ਪਲੀਜ਼ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਬੇਟੇ, ਤੇ ਸ਼ੇਅਰ ਵੀ ਕਰ ਦਿਓ, ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਬੱਚੇ ਨਵੇਂ ਆ, ਇਹ ਵੀ ਜ਼ਰੂਰੀ ਅੱਜ ਕੱਲ੍ਹ ਕਹਿੰਦੇ ਬੋਲਣਾ ਚਾਹੀਦਾ ਵੀਡੀਓ ਦੇ ਵਿੱਚ। ਹਾਂ ਠੀਕ ਹੈ। ਅੱਗੇ ਗੱਲ ਕਰਦੇ ਹਾਂ ਜੀ ਲਾਸਟ ਵਾਲੀ DQL ਹੈਗੀ ਜੀ ਡਾਟਾ ਕੁਐਰੀ ਲੈਂਗੁਏਜ। ਇਹਦੇ ਵਿੱਚ ਸਭ ਤੋਂ ਮਹੱਤਵਪੂਰਨ ਆ ਜੀ SQL ਦੇ ਵਿੱਚ ਇੱਕ ਨਾ ਸਿਲੈਕਟ ਵਰਡ ਕੀਵਰਡ ਯੂਜ਼ ਹੁੰਦਾ ਹੈ। ਹੁਣ ਸਿਲੈਕਟ ਕੀਵਰਡ ਕੱਲਾ ਨਹੀਂ ਯੂਜ਼ ਹੁੰਦਾ, ਇਹਦੇ ਨਾਲ ਨਾ ਬਥੇਰਾ ਕੁਝ ਯੂਜ਼ ਹੁੰਦਾ ਹੈ। ਇਹਦੇ ਵਿੱਚ ਵੇਅਰ ਕਲੌਜ਼ ਵੀ ਯੂਜ਼ ਹੁੰਦਾ ਹੈ। ਹੁਣ ਇਹਦਾ ਮਤਲਬ ਹੈ ਕੀ ਹੈ, ਇਹਨੂੰ ਆਪਾਂ ਡਿਟੇਲ 'ਚ ਸਮਝਾਂਗੇ। ਤੁਹਾਨੂੰ ਮੈਂ ਵੈਸੇ ਦੱਸ ਦਿੰਦਾ ਕਿ ਮੰਨ ਲਓ ਕੋਈ ਟੇਬਲ ਸੀਗਾ ਮੇਰੇ ਕੋਲੇ, EMPLOYE ਟੇਬਲ, ਉਹਦੇ ਵਿੱਚੋਂ ਮੈਂ ਨਾ EMPLOYE ਦਾ ਨਾਮ ਸਿਲੈਕਟ ਕਰਨਾ ਜਿਨ੍ਹਾਂ ਦੀ ਕੀ ਆ ਏਜ ਗ੍ਰੇਟਰ ਦੈਨ 20 ਹੈ। ਤਾਂ ਇੱਥੇ ਕੀ ਆ, ਮੈਂ ਜੀ ਸਿਲੈਕਟ ਕੀਵਰਡ ਯੂਜ਼ ਕੀਤਾ। ਠੀਕ ਆ। ਫਰੋਮ ਵੀ ਇੱਕ ਕੀਵਰਡ ਯੂਜ਼ ਕੀਤਾ, ਵੇਅਰ ਵੀ ਇੱਕ ਕੀਵਰਡ ਯੂਜ਼ ਕੀਤਾ। ਠੀਕ ਹੈ ਜੀ। ਤਾਂ ਇਹ ਕਾਹਦੇ ਵਾਸਤੇ ਵਰਤੀ ਜਾਂਦੀ ਹੈ ਜੀ, ਇਹਨੂੰ ਕਹਿੰਦੇ ਡਾਟਾ ਕੁਐਰੀ ਲੈਂਗੁਏਜ। ਤਾਂ ਇਹ ਜਿਹੜੀਆਂ 5 ਸੀਗੀਆਂ ਰਾਜੇ, ਇਹ ਪੰਜੇ ਦੇ ਪੰਜੇ ਤੁਸੀਂ ਜ਼ਰੂਰ ਇਹਦੀ ਦੀ ਡੈਫੀਨੇਸ਼ਨ, ਇਹਨਾਂ ਦੀ ਫੁੱਲ ਫਾਰਮ ਤੇ ਇਹਨਾਂ ਦੇ ਅੰਡਰ ਕਿਹੜੀਆਂ-ਕਿਹੜੀਆਂ ਕਮਾਂਡਸ ਆਉਂਦੀਆਂ ਨੇ, ਇੱਥੋਂ ਘੱਟੋ ਘੱਟ ਨਾ ਚਾਹੁੰਦੇ ਹੋਏ ਵੀ 4-5 ਕੁਐਸਚਨ ਬਣਨਗੇ। ਯਕੀਨ ਮੰਨਿਓ 4-5 ਕੁਐਸਚਨ ਬਣਨਗੇ, ਪੱਕਾ ਬਣਨਗੇ। ਤੇ ਇਹ ਜਿਹੜੀ ਹੈਗਾ ਆਪਣੇ ਐਕਸਾਈਜ਼ ਇੰਸਪੈਕਟਰ ਦੇ ਵਿੱਚ ਵੀ ਇਦਾਂ ਦੇ ਕੁਐਸਚਨ ਪੁੱਛੇ ਜਾਂਦੇ ਆ। ਠੀਕ ਹੈ ਜੀ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਦੇਖੋ ਮੈਂ ਥੋੜਾ ਲਿਖਤਾ ਇਹਦੇ ਬਾਰੇ ਵੀ ਸਿਲੈਕਟ ਕਮਾਂਡ ਕੀ ਕਰਦੀ ਹੈ, ਅਪਡੇਟ ਕੀ ਕਰਦੀ ਹੈ। ਸਿਲੈਕਟ ਕੀ ਕਰਦੀ ਹੈ, ਡਾਟਾ ਨੂੰ ਐਕਸਟ੍ਰੈਕਟ ਕਰਦੀ ਹੈ, ਅਪਡੇਟ ਕਰਦੀ ਹੈ। ਠੀਕ ਹੈ। ਡਿਲੀਟ ਕਰਦੀ ਹੈ। ਇਨਸਰਟ ਇਨਟੂ ਕੀ ਕਰਦੀ ਹੈ, ਇਨਸਰਟ ਨਿਊ ਡਾਟਾ ਇਨ ਦ ਡਾਟਾਬੇਸ। ਕ੍ਰੀਏਟ ਡਾਟਾਬੇਸ ਕੀ ਕਰਦਾ, ਟੇਬਲ ਕ੍ਰੀਏਟ ਕਰਦਾ। ਠੀਕ ਹੈ। ਇਸ ਤੋਂ ਇਲਾਵਾ ਅਲਟਰ ਕੀ ਕਰਦਾ ਜੀ, ਮੋਡੀਫਾਈ ਕਰਦਾ ਡਾਟਾਬੇਸ ਨੂੰ। ਠੀਕ ਹੈ ਜੀ। ਕ੍ਰੀਏਟ ਕੀ ਕਰਦਾ, ਕ੍ਰੀਏਟ ਨਿਊ ਟੇਬਲ। ਅਲਟਰ ਟੇਬਲ ਕੀ ਹੈ, ਮਤਲਬ ਮੋਡੀਫਾਈ ਅ ਟੇਬਲ।
ਡਰੌਪ ਟੇਬਲ ਦਾ ਮਤਲਬ ਹੁੰਦਾ ਡਿਲੀਟ ਟੇਬਲ। ਇਹ ਇੰਨੀ ਵਾਰੀ ਪੁੱਛੀ ਜਾਂਦੀ ਨਾ ਪੇਪਰਾਂ ਵਿੱਚ ਪੰਜਾਬ ਦੇ ਵਿੱਚ ਕਿ ਟੇਬਲ ਡਿਲੀਟ ਕਰਨ ਦੀ ਕਮਾਂਡ ਕਿਹੜੀ ਆ, ਉੱਥੇ ਆਪਸ਼ਨਾਂ ਹੁੰਦੀਆਂ ਡਿਲੀਟ, ਬੱਚੇ ਡਿਲੀਟ ਹੀ ਲਾ ਕੇ ਆ ਜਾਂਦੇ ਆ। ਸੈਕੰਡ ਹੁੰਦੀ ਹੈ ਜੀ ਡਰੌਪ ਟੇਬਲ, ਠੀਕ ਹੈ। ਥਰਡ ਹੁੰਦੀ ਹੈ ਜੀ ਡਿਲੀਟ ਦਾ ਟੇਬਲ, ਤਾਂ ਇੱਥੇ ਡਰੌਪ ਆਊਗਾ ਜੀ। ਟੇਬਲ ਨੂੰ ਡਿਲੀਟ ਕਰਨ ਵਾਸਤੇ ਇੱਥੇ ਡਰੌਪ ਕਮਾਂਡ ਹੈ। ਜੇ ਆਪਾਂ ਕੱਲੀ ਡਿਲੀਟ ਯੂਜ਼ ਕਰਦੇ ਹਾਂ ਉਹ ਡਾਟਾ ਨੂੰ ਡਿਲੀਟ ਕਰਦੀ ਹੈ, ਉਹ ਕੀ ਹੈ ਡਾਟਾ ਨੂੰ ਡਿਲੀਟ ਕਰਦੀ ਹੈ, ਨਾ ਕਿ ਟੇਬਲ ਨੂੰ। ਤਾਂ ਟੇਬਲ ਨੂੰ ਡਿਲੀਟ ਕਰਨ ਵਾਸਤੇ ਹੁੰਦੀ ਹੈ ਜੀ ਡਰੌਪ ਟੇਬਲ। ਮੈਂ ਵਾਰ-ਵਾਰ ਕਹਿ ਰਿਹਾ, ਪੁੱਛੀ ਜਾਊਗੀ। ਅੱਛਾ ਜੀ, ਹੁਣ ਆਪਾਂ ਲਾਸਟ ਪੁਆਇੰਟ ਤੇ ਗੱਲ ਕਰਦੇ ਹਾਂ। ਹੁਣ SQL ਦੇ ਵਿੱਚ ਬੇਸਿਕ ਦੇ ਵਿੱਚ ਆਪਣੇ ਕੋਲੇ ਬਹੁਤ ਕੁਝ ਆ ਜਾਂਦਾ ਹੈ। ਡਾਟਾਬੇਸ ਕਿਹੜਾ ਡਾਟਾ ਟਾਈਪ ਯੂਜ਼ ਹੁੰਦੀਆਂ ਨੇ, ਕਿਹੜੇ ਆਪਰੇਟਰ ਯੂਜ਼ ਹੁੰਦੇ ਨੇ। ਅੱਜ ਆਪਾਂ ਕਰਾਂਗੇ ਜੀ ਆਪਰੇਟਰ ਦੇ ਨਾਲ। ਆਪਰੇਟਰ ਕੀ ਚੀਜ਼ ਹੁੰਦੀ ਹੈ? ਆਪਰੇਟਰ ਹੁੰਦੀ ਹੈ ਜੀ ਜਿਹੜੀ ਕੋਈ ਚੀਜ਼ ਨੂੰ ਆਪਰੇਟ ਕਰਦੇ ਆ। ਜਿਵੇਂ ਹੁਣ ਮੰਨ ਲਓ ਮੈਂ ਕਹਿ ਦੇਵਾਂ ਕਿ ਮੇਰੇ ਕੋਲ 5 ਹੈ, ਇਹ ਹੈਗਾ ਜੀ 2, ਇਹਨੂੰ ਆਪਾਂ ਕੀ ਕਹਿ ਦਿੰਦੇ ਆ? ਓਪਰੈਂਡਸ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ? ਓਪਰੈਂਡਸ ਕਹਿ ਦਿੰਦੇ ਆ। ਆਪਰੇਟਰ ਕੀ ਹੋਊਗਾ? ਜੇ ਮੰਨ ਲਓ ਮੈਂ ਇਹਨਾਂ ਨੂੰ ਜੋੜਨਾ ਤਾਂ ਇਹਦੇ ਵਿੱਚ ਪਲੱਸ ਆਪਰੇਟਰ ਯੂਜ਼ ਵਰਤਿਆ ਜਾਊਗਾ। ਆ ਹੈਗਾ ਜੀ ਆਪਰੇਟਰ, ਪਲੱਸ ਆਪਰੇਟਰ। 5 + 2 ਕਿੰਨੇ ਹੋ ਗਏ ਜੀ ਆਪਣੇ ਕੋਲ? 7। ਤਾਂ ਆਪਰੇਟਰ ਨੇ ਕਿਹਦੇ ਉੱਪਰ ਕੰਮ ਕੀਤਾ? ਆਪਰੈਂਡਸ ਦੇ ਉੱਪਰ ਕੰਮ ਕੀਤਾ। ਤਾਂ ਆਪਰੇਟਰ ਕੀ ਕਰਦਾ? ਆਪਰੇਟ ਕਰਦਾ, ਦੋਵਾਂ ਦੇ ਉੱਪਰ ਕੀ ਕਰਦਾ? ਆਪਰੇਸ਼ਨ ਕਰਦਾ। ਆਪਰੇਸ਼ਨ ਹੋਣ ਤੋਂ ਬਾਅਦ ਕੀ ਆ ਜਾਂਦਾ ਜੀ? ਰਿਜ਼ਲਟ ਆ ਜਾਂਦਾ। ਠੀਕ ਹੈ। ਤੇ ਹੁਣ ਦੇਖੋ ਜੀ SQL ਦੇ ਵਿੱਚ ਵੀ ਆਪਰੇਟਰ ਹੁੰਦੇ ਨੇ 3 ਤਰ੍ਹਾਂ ਦੇ: ਅਰਥਮੈਟਿਕ, ਕੰਪੈਰੀਜ਼ਨ ਤੇ ਲੌਜੀਕਲ। ਇਹਨੂੰ ਆਪਾਂ ਰਿਲੇਸ਼ਨਲ ਆਪਰੇਟਰ ਵੀ ਕਹਿ ਦਿੰਦੇ ਆ। ਕੰਪੈਰੀਜ਼ਨ ਨੂੰ ਕੀ ਕਹਿ ਦਿੰਦੇ ਆ? ਰਿਲੇਸ਼ਨਲ ਆਪਰੇਟਰ ਵੀ ਕਹਿ ਦਿੰਦੇ ਆ। ਠੀਕ ਹੈ। ਹੁਣ ਦੇਖੋ ਜੀ ਆਪਰੇਟਰ ਤੁਹਾਨੂੰ ਮੈਂ ਤੁਹਾਨੂੰ ਬੋਲ ਕੇ ਦੱਸਦਾ ਵੈਸੇ ਤੁਹਾਨੂੰ ਮੈਂ, ਠੀਕ ਹੈ। ਇਹ ਕਹਿੰਦਾ ਵੀ ਆਪਰੇਟਰ ਇਜ਼ ਏ ਰਿਜ਼ਰਵ ਵਰਡ ਔਰ ਏ ਕਰੈਕਟਰ ਯੂਜ਼ਡ, ਕਹਿੰਦਾ ਕਾਹਦੇ ਵਾਸਤੇ ਯੂਜ਼ ਕਰਦੇ ਆ? ਜਿਵੇਂ ਮੰਨ ਲਓ ਆਪਾਂ ਵੇਅਰ ਕਲੌਜ਼ ਯੂਜ਼ ਕਰਤਾ, ਇਸ ਦੇ ਨਾਲ ਕੰਡੀਸ਼ਨ ਕੋਈ ਆਪਾਂ ਲਗਾਉਣੀ ਆ, ਕੰਡੀਸ਼ਨ ਵਾਸਤੇ ਯੂਜ਼ ਕਰਦੇ ਆ, ਕੰਜੈਸ਼ਨ ਵਾਸਤੇ ਯੂਜ਼ ਕਰਦੇ ਆ, ਸਟੇਟਮੈਂਟ ਨੂੰ ਜੋੜਨ ਵਾਸਤੇ ਯੂਜ਼ ਕਰਦੇ ਆ। ਹੁਣ ਕਿਹੜੇ ਆਪਰੇਟਰ ਨੇ? ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਅਰਥਮੈਟਿਕ ਆਪਰੇਟਰ ਦੀ। ਤਾਂ ਅਰਥਮੈਟਿਕ ਆਪਰੇਟਰ ਵਾਸਤੇ ਆਪਾਂ 2 ਵੈਲਿਊ ਮੰਨ ਲੈਂਦੇ ਆ। ਮੰਨ ਲਓ ਆਪਾਂ ਕਹਿ ਦਿੰਦੇ ਆ ਜੀ A ਦੀ ਵੈਲਿਊ ਹੈਗੀ ਹੈ 10 ਤੇ B ਦੀ ਹੈਗੀ 20। ਇਹਦੇ ਨਾਲ ਸੌਖਾ ਹੋ ਜਾਊਗਾ ਸਮਝਣਾ ਤੁਹਾਨੂੰ। ਅਰਥਮੈਟਿਕ ਆਪਰੇਟਰ ਦਾ ਨਾਮ ਹੀ ਦੇਖੋ ਕਲੀਅਰ ਹੈ। ਜਿਹੜੇ ਮੈਥ ਦੇ ਆਪਰੇਟਰ ਹੁੰਦੇ, ਜਿਹੜੇ ਆਪਣੇ ਸਿੰਪਲੀਫਿਕੇਸ਼ਨ ਦੇ ਵਿੱਚ ਯੂਜ਼ ਕਰਦੇ ਆ, ਬੋਡੋਮਾਸ ਰੂਲ ਦੇ ਵਿੱਚ ਯੂਜ਼ ਕਰਦੇ ਆ। ਪਹਿਲਾ ਹੈਗਾ ਜੀ ਐਡੀਸ਼ਨ। ਐਡੀਸ਼ਨ ਤੁਹਾਨੂੰ ਪਤਾ ਹੀ 2 ਵੈਲਿਊਆਂ ਨੂੰ ਜੋੜਦਾ ਹੈ। ਜੇ ਮੈਂ A + B ਕਰੂੰਗਾ ਕਿੰਨਾ ਰਿਜ਼ਲਟ ਆ ਜਾਊਗਾ? 20 + 10 ਕੀ ਆ ਗਿਆ ਜੀ? 30 ਰਿਜ਼ਲਟ ਆ ਗਿਆ। ਸਬਟਰੈਕਸ਼ਨ ਕੀ ਕਰਦਾ ਜੀ? ਮਾਈਨਸ ਕਰਦਾ। ਠੀਕ ਹੈ ਜੀ। A - B ਕਰੂੰਗਾ ਜੀ -10 ਰਿਜ਼ਲਟ ਆ ਜਾਊਗਾ। ਮਲਟੀਪਲੀਕੇਸ਼ਨ ਕੀ ਕਰਦਾ ਜੀ? ਗੁਣਾ ਕਰਦਾ। A × B ਕਰ ਲਓ ਜੀ, 20 × 10 ਕੀ ਆ ਗਿਆ? 200 ਆ ਗਿਆ। ਸੌਖਾ ਹੀ ਹੈ ਨਾ, ਇਹ ਤਾਂ ਬਹੁਤ ਸੌਖਾ ਹੈ। ਡਿਵਾਈਡ ਕੀ ਆ ਗਿਆ ਜੀ? ਆਪਾਂ ਜੇ ਮੰਨ ਲਓ 20/10 ਕਰਾਂਗੇ 2 ਆਂਸਰ ਆ ਜਾਊਗਾ। ਹੁਣ ਗੱਲ ਕਰਦੇ ਹਾਂ ਜੀ ਮੋਡੂਲਸ। ਮੋਡੂਲਸ ਤੇ ਘੁੰਡੀ ਅੜ ਜਾਂਦੀ ਹੈ। ਮੋਡੂਲਸ ਦਾ ਮਤਲਬ ਹੁੰਦਾ ਰਿਮਾਈਂਡਰ। ਠੀਕ ਹੈ ਜੀ, ਰਿਮਾਈਂਡਰ। ਹੁਣ ਮੈਂ ਮੰਨ ਲਓ ਜੀ ਜੇ ਮੈਂ ਕਹਾਂ ਕਿ B ਮੋਡੂਲਸ A, ਤਾਂ ਕੀ ਆਂਸਰ ਆਊਗਾ? 0, ਕਿਉਂਕਿ ਇਹਦਾ ਮਤਲਬ ਹੁੰਦਾ ਜੀ 20/10। ਤੇ 10 ਨੂੰ 20 ਨਾਲ ਕਰੋ ਜੀ, 10 ਦੂਣਾ ਕੀ ਆ ਗਿਆ ਜੀ? 20। ਰਿਮਾਈਂਡਰ ਕਿੰਨਾ ਬਚਿਆ ਮੇਰਾ? 0। ਜਿਹੜਾ ਰਿਮਾਈਂਡਰ ਹੁੰਦਾ ਉਹੀ ਆਂਸਰ ਹੁੰਦਾ, ਤਾਂ 0 ਆ ਗਿਆ। ਹੁਣ ਮੰਨ ਲਓ ਤੁਹਾਨੂੰ ਮੈਂ ਚਲੋ ਇੱਕ ਐਗਜ਼ਾਮਪਲ ਦਿੰਦਾ ਹੈ। ਹੁਣ ਮੰਨ ਲਓ ਮੈਂ ਕਹਿੰਦਾ ਮੈਂ ਇੱਥੇ 7 ਮੋਡੂਲਸ 2, ਤੇ ਇਹਦਾ ਆਂਸਰ ਕੀ ਆਊਗਾ? ਇਹਦਾ ਆਂਸਰ ਆਊਗਾ ਜੀ 1। ਉਹਦਾ ਕਾਰਨ ਕੀ ਹੈ? ਆ ਦੇਖੋ 2 ਤੀਏ ਕੀ ਹੋ ਗਿਆ ਜੀ? 6, ਤੇ ਰਿਮਾਈਂਡਰ ਕਿੰਨਾ ਬਚਿਆ? 1। ਇਹ ਆਂਸਰ ਆ ਗਿਆ। ਚਲੋ ਤੁਹਾਨੂੰ ਮੈਂ ਕਮੈਂਟ ਬਾਕਸ ਦੇ ਵਿੱਚ ਪੁੱਛਦਾ, ਇੱਕ ਕਮੈਂਟ ਬਾਕਸ ਦੇ ਵਿੱਚ ਪੁੱਛਦਾ 19 ਮੋਡੂਲਸ 2 ਦਾ ਆਂਸਰ ਕੀ ਆਊਗਾ? 0 ਆਊਗਾ ਕਿ 1 ਆਊਗਾ? ਇਹ ਤੁਸੀਂ ਮੈਨੂੰ ਦੱਸਣਾ ਕਮੈਂਟ ਬਾਕਸ ਦੇ ਵਿੱਚ। ਅੱਗੇ ਗੱਲ ਕਰਦੇ ਹਾਂ ਜੀ ਸੈਕੰਡ ਜਿਹੜਾ ਹੈਗਾ ਜੀ ਕੰਪੈਰੀਜ਼ਨ ਆਪਰੇਟਰ ਹੈਗਾ, ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਰਿਲੇਸ਼ਨਲ ਆਪਰੇਟਰ। ਹੁਣ ਜਿੱਥੇ ਆਪਾਂ ਕੋਈ ਕੰਪੈਰੀਜ਼ਨ ਕਰਨਾ ਹੋਵੇ, ਆਪਾਂ ਕੰਪੈਰੀਜ਼ਨ ਕਿਵੇਂ ਕਰਦੇ ਹਾਂ? ਮੰਨ ਲਓ 2 ਬੰਦੇ ਹੈ, 2 ਬੰਦਿਆਂ ਦੀ ਹਾਈਟ ਦਾ ਕੰਪੈਰੀਜ਼ਨ ਕਰਨਾ, ਇੱਕ ਬੰਦਾ ਵੱਡਾ ਇੱਕ ਛੋਟਾ। ਕੰਪੈਰੀਜ਼ਨ ਕਿਵੇਂ ਕਰਾਂਗੇ? ਆਪਾਂ ਦੋਵਾਂ ਨੂੰ ਇਕੱਠੇ ਖੜੇ ਕਰਾਂਗੇ, ਫਿਰ ਆਪਾਂ ਚੈੱਕ ਕਰਾਂਗੇ ਵੀ ਕਿਹਦੀ ਹਾਈਟ ਛੋਟੀ ਹੈ ਕਿਹਦੀ ਵੱਡੀ ਹੈ। ਤਾਂ ਉਵੇਂ ਰਾਜੇ ਦੋ ਚੀਜ਼ਾਂ ਨੂੰ ਆਪਾਂ ਇਕੱਠੇ ਕਰਦਾ, ਜਿਵੇਂ A ਦੀ ਵੈਲਿਊ 10 ਹੈ, B ਦੀ ਆਪਾਂ 20 ਹੈ। ਇਹਨੂੰ ਆਪਾਂ ਕੰਪੇਅਰ ਕਿਵੇਂ ਕਰਾਂਗੇ? ਜਾਂ ਤਾਂ ਇਹ ਗ੍ਰੇਟਰ ਹੋਊਗੀ, ਜਾਂ ਲੈਸ ਹੋਊਗੀ, ਜਾਂ ਇਕੁਅਲ ਹੋਊਗੀ, ਜਾਂ ਨਾਟ ਇਕੁਅਲ ਹੋਊਗੀ। ਕਹਿਣ ਦਾ ਭਾਵ ਵੱਖਰੇ ਇਹਦੇ ਵਿੱਚ ਕੰਡੀਸ਼ਨਾਂ ਹੋ ਸਕਦੀਆਂ। ਹੁਣ ਪਹਿਲਾ ਹੈਗਾ ਜੀ ਇਕੁਅਲ ਟੂ ਆਪਰੇਟਰ। ਇਕੁਅਲ ਟੂ ਦਾ ਮਤਲਬ ਕੀ ਹੁੰਦਾ ਜੀ? ਧਿਆਨ ਰੱਖਿਓ ਇਹਦੇ ਵਿੱਚ ਇਹ ਨਹੀਂ ਸੋਚਣਾ ਵੀ A = B ਨਾ, ਇਹ ਧਿਆਨ ਦੇ ਨਾਲ ਪੜ੍ਹਨੀ ਆ। ਡਿਸਕ੍ਰਿਪਸ਼ਨ ਜਿਹੜੀ ਮੈਂ ਦਿੱਤੀ ਹੋਈ ਹੈ ਪੜ੍ਹਨੀ ਆ। ਕਹਿੰਦਾ ਚੈੱਕ ਇਫ ਦਾ ਵੈਲਿਊ ਆਫ ਦਾ 2 ਆਪਰੇਟਰਸ ਆਰ ਇਕੁਅਲ ਔਰ ਨਾਟ, ਇਫ ਯੈਸ ਦੈਨ ਦਾ ਕੰਡੀਸ਼ਨ ਬਿਕਮ ਟਰੂ। ਹੁਣ ਇਹਦੇ ਵਿੱਚ ਕੀ ਹੈ ਜੀ? ਮੰਨ ਲਓ ਹੁਣ ਮੈਂ ਕਹਿ ਦਵਾਂ A = B। ਹੁਣ ਆਪਣੇ ਕੋਲ A ਦੀ ਵੈਲਿਊ ਕਿੰਨੀ ਹੈ? 10 ਹੈ, B ਦੀ ਕਿੰਨੀ ਹੈ? 20। ਟਰੂ ਹੈ ਕਿ ਫਾਲਸ ਹੈ? ਨਾਟ ਟਰੂ ਹੈ, ਕਿਉਂਕਿ A 20 ਹੈ, 10 ਹੈ, B 20 ਹੈ। ਜੇ ਮੈਂ ਕਹਿ ਦਿੰਦਾ ਜੀ A 10 ਹੈ, B ਵੀ 10 ਹੈ, ਫਿਰ ਕੀ ਆ ਜਾਂਦਾ? ਜਿੱਥੇ ਆਪਣੇ ਕੋਲ ਟਰੂ ਆ ਜਾਂਦਾ, ਬਟ ਇਹ ਕਿ ਇਕੁਅਲ ਨਹੀਂ ਹੈਗੇ। ਜੇ ਮੈਂ ਕਹੂੰਗਾ ਜੀ ਨਾਟ ਇਕੁਅਲ, ਤਾਂ ਇਹ ਆਪਣੀ ਯੈਸ ਹੈ, ਕਿਉਂਕਿ A ਦੀ ਵੈਲਿਊ ਕਿੰਨੀ? 10 ਹੈ, B ਦੀ 20 ਹੈ। ਇਹ ਸਿੰਬਲ ਯਾਦ ਰੱਖਣੇ ਆ। ਇਹ ਕਾਹਦਾ ਸਿੰਬਲ ਹੈ ਜੀ? ਨਾਟ ਇਕੁਅਲ ਟੂ ਦਾ। ਗ੍ਰੇਟਰ ਦੈਨ ਹੈਗੀ ਹੈ? ਨਹੀਂ ਹੈਗੀ, ਕਿਉਂਕਿ A ਦੀ ਵੈਲਿਊ 10 ਹੈ, B ਦੀ ਕਿੰਨੀ ਹੈ? 20। ਇਹ 10 ਹੈ, 20 ਹੈ, ਇਹ ਗ੍ਰੇਟਰ ਨਹੀਂ ਹੈਗਾਗਾ। ਲੈਸ ਦੈਨ ਦੀ ਗੱਲ ਕਰੀਏ ਤਾਂ ਹੈਗਾ ਜੀ, ਹਾਂ A ਕਿੰਨਾ? 10 ਹੈ, B ਕਿੰਨਾ? 20। ਤਾਂ ਕਹਿਣ ਦਾ ਭਾਵ ਕੀ ਹੈ? ਟਰੂ ਹੋ ਗਈ। ਠੀਕ ਹੈ ਜੀ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਬਹੁਤ ਸਿੰਪਲ ਹੈ ਇਹ। ਗ੍ਰੇਟਰ ਦੈਨ ਔਰ ਇਕੁਅਲ ਟੂ, ਤਾਂ ਇਹਦੇ ਵਿੱਚ ਆਪਾਂ ਕਹਿ ਸਕਦੇ ਹਾਂ, ਦੇਖੋ A ਦੀ ਵੈਲਿਊ ਕਿੰਨੀ ਹੈ? 10 ਹੈ, B ਦੀ 20 ਹੈ। ਇਹਦੇ ਵਿੱਚ 2 ਕੰਡੀਸ਼ਨਾਂ ਇਕੱਠੀਆਂ ਆ ਗਈਆਂ, ਇੱਕ ਗ੍ਰੇਟਰ ਤੇ ਇੱਕ ਇਕੁਅਲ ਟੂ। ਹੁਣ ਗ੍ਰੇਟਰ ਵੀ ਨਹੀਂ ਹੈਗੀ, ਇਕੁਅਲ ਟੂ ਨਹੀਂ ਹੈਗੀ, ਤਾਂ ਨਾਟ ਟਰੂ। ਹੁਣ ਆਪਾਂ ਗੱਲ ਕਰਦੇ ਹਾਂ ਜੀ ਇੱਥੇ A ਲੈਸ ਦੈਨ
ਲੈਸ ਦੈਨ ਔਰ ਇਕੁਅਲ ਟੂ। ਹੁਣ ਦੇਖੋ 10 ਹੈ ਤੇ 20 ਹੈ। ਹੁਣ a ਗ੍ਰੇਟਰ ਲੈਸ ਦੈਨ ਹੈ, ਬਿਲਕੁਲ ਠੀਕ ਹੈ, a की वैल्यू 10 है, b 20 है, तो ਲੈਸ ਦੈਨ ਤਾਂ ਬਣਦੀ ਪਰ ਇਕੁਅਲ ਟੂ ਨਹੀਂ ਬਣਦੀ, ਪਰ ਦੋਵਾਂ ਦੇ ਵਿੱਚ ਇੱਕ ਕੰਡੀਸ਼ਨ ਵੀ ਠੀਕ ਹੋ ਜੂਗੀ ਤਾਂ ਫਿਰ ਕੀ ਆ ਜਾਊਗਾ, ਆਨਸਰ ਕੀ ਆ ਜਾਊਗਾ, ਟਰੂ ਆ ਜਾਊਗਾ। ਹੁਣ ਇਹ ਹੈਗਾ ਜੀ ਨਾਟ ਲੈਸ ਦੈਨ, ਤਾਂ ਨਾਟ ਲੈਸ ਦੈਨ ਤਾਂ ਨਹੀਂ, ਇਹ ਲੈਸ ਦੈਨ ਹੈਗਾ ਤਾਂ ਫਾਲਸ ਆ ਗਿਆ। ਕਹਿੰਦਾ ਨਾਟ ਗ੍ਰੇਟਰ ਦੈਨ ਯੈਸ, ਤਾਂ a ਦੀ ਵੈਲਿਊ 10 ਹੈ, b ਦੀ ਕਿੰਨੀ ਹੈ 20, ਇਹ ਗ੍ਰੇਟਰ ਹੈਗਾ, ਨਾਟ ਗ੍ਰੇਟਰ ਹੈਗਾ, ਹਾਂ ਇਹ ਗ੍ਰੇਟਰ ਨਹੀਂ ਹੈਗਾ। ਨਾਟ ਗ੍ਰੇਟਰ ਮਤਲਬ ਕਿ ਇਹ ਗ੍ਰੇਟਰ ਨਹੀਂ ਹੈਗਾ, ਤਾਂ ਬਿਲਕੁਲ ਠੀਕ ਹੈ। ਤਾਂ ਕਹਿਣ ਦਾ ਭਾਵ ਇਦਾਂ ਆਪਾਂ ਕੀ ਕਰਾਂਗੇ, ਕੰਪੈਰੀਜ਼ਨ ਕਰਾਂਗੇ, ਇਦਾਂ ਆਪਾਂ ਕੀ ਕਰ ਲਾਂਗੇ, ਕੰਪੈਰੀਜ਼ਨ ਕਰ ਲਾਂਗੇ। ਅੱਗੇ ਆ ਗਿਆ ਜੀ ਲੌਜੀਕਲ ਆਪਰੇਟਰ। ਹੁਣ ਲੌਜੀਕਲ ਆਪਰੇਟਰ ਨਾਮ ਤੋਂ ਕਲੀਅਰ, ਜਿੱਥੇ ਆਪਾਂ ਕੋਈ ਲੌਜਿਕ ਕ੍ਰੀਏਟ ਕਰਨਾ ਹੋਵੇ। ਹੁਣ ਲੌਜਿਕ ਕਿਵੇਂ ਕਿਵੇਂ ਕ੍ਰੀਏਟ ਕਰ ਸਕਦੇ ਹਾਂ, ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ ਜੀ। ਐਂਡ, ਹੁਣ ਮੰਨ ਲਓ ਆਪਾਂ ਕਿਸੇ ਜਗ੍ਹਾ ਤੇ ਨਾ ਡਾਟਾ ਇਕੱਠਾ ਕਰਨਾ ਸੀਗਾ, ਉੱਥੇ ਆਪਾਂ ਦੋ ਕੰਡੀਸ਼ਨਾਂ ਦੇਣੀਆਂ। ਮੰਨ ਲਓ ਹੁਣ ਮੈਂ ਇੱਥੇ ਇੱਕ ਐਂ ਕਹਿ ਦਿੰਦਾ, ਮੈਂ ਕਹਤਾ ਜੀ ਇਫ ਏਜ, ਇੱਕ ਪਹਿਲੀ ਕੰਡੀਸ਼ਨ ਦੇਤੀ ਏਜ ਗ੍ਰੇਟਰ ਦੈਨ 30 ਐਂਡ ਜੈਂਡਰ ਕਹ ਲਓ ਜਾਂ ਸੈਕਸ ਕਹ ਲਓ, ਸੈਕਸ ਇਕੁਅਲ ਟੂ ਮੇਲ। ਕਹਿੰਦਾ ਬਾ ਮੈਂ ਦੋ ਕੰਡੀਸ਼ਨਾਂ ਦੇਤੀਆਂ, ਇੱਕ ਤਾਂ ਮੈਂ ਕਹਤਾ ਜੀ ਏਜ 30 ਤੋਂ ਵੱਧ ਹੋਣੀ ਚਾਹੀਦੀ ਹੈ, ਇੱਕ ਉਹਦਾ ਜਿਹੜਾ ਜੈਂਡਰ ਹੈਗਾ ਉਹ ਮੇਲ ਹੋਣਾ ਚਾਹੀਦਾ ਹੈ। ਤਾਂ ਉਹਦੇ ਵਾਸਤੇ ਆਪਾਂ ਨੂੰ ਕੀ ਯੂਜ਼ ਕਰਨਾ ਪਊਗਾ, ਐਂਡ ਆਪਰੇਟਰ ਯੂਜ਼ ਕਰਨਾ ਪਊਗਾ। ਠੀਕ ਹੈ, ਐਂਡ ਦਾ ਮਤਲਬ ਹੁੰਦਾ ਆ ਵੀ ਅਤੇ ਆ ਵੀ। ਹੁਣ ਉਹ ਬੰਦੇ ਸਿਲੈਕਟ ਹੋਣਗੇ ਜਿਨ੍ਹਾਂ ਦੀ ਏਜ 30 ਤੋਂ ਵੱਧ ਹੈ ਤੇ ਮੇਲ ਹੋਣ। ਠੀਕ ਹੈ, ਉਹਦੇ ਵਾਸਤੇ ਆਪਾਂ ਐਂਡ ਆਪਰੇਟਰ ਯੂਜ਼ ਕਰਦੇ ਹਾਂ। all ਕਾਹਦੇ ਵਾਸਤੇ ਕਰਦੇ ਆ, ਕਹਿੰਦਾ all the operator is used to compare value of the all value in another value set। ਕਹਿੰਦਾ ਭਾਵ ਜੇ ਮੰਨ ਲਓ ਮੇਰੀ ਇੱਥੇ ਕੋਈ ਵੈਲਿਊਜ਼ ਪਈਆਂ ਨੇ, ਜਿਵੇਂ 1 2 3 ਤੇ ਕੋਈ ਹੋਰ ਵੈਲਿਊ ਪਈਆਂ ਨੇ 4 2 1, ਇਹਦੇ ਨਾਲ ਕੰਪੈਰੀਜ਼ਨ ਕਰਨ ਵਾਸਤੇ ਸਾਰੀਆਂ ਵੈਲਿਊ ਨੂੰ ਸਾਰੀਆਂ ਵੈਲਿਊ ਦੇ ਨਾਲ ਕੰਪੈਰੀਜ਼ਨ ਕਰਾਂਗੇ ਆਪਾਂ। ਐਨੀ ਹੈ, ਐਨੀ ਮਤਲਬ ਕਿ ਆਪਾਂ ਕੋਈ ਸਪੈਸੀਫਿਕ ਕੋਈ ਵੈਲਿਊ ਆਪਾਂ ਕੰਪੇਅਰ ਕਰਨੀ, ਉਹਦੇ ਵਾਸਤੇ ਵਰਤਿਆ ਜਾਂਦਾ। ਬਿਟਵੀਨ ਮੰਨ ਲਓ ਕਿ ਆਪਾਂ ਰੇਂਜ ਦੇਣੀ, ਆਪਾਂ ਕਹਿਤਾ ਵੀ 10 ਤੋਂ ਲੈ ਕੇ 25 ਤੱਕ ਆਪਾਂ ਕੋਈ ਰੇਂਜ ਦੇਤੀ, ਇਹਦੇ ਵਿਚਕਾਰ ਆਪਾਂ ਕੋਈ ਵੈਲਿਊ ਦੇਖਣੀ ਹੈ ਤਾਂ ਇਹਨੂੰ ਆਪਾਂ ਬਿਟਵੀਨ ਯੂਜ਼ ਕਰਾਂਗੇ। ਇਸ ਤੋਂ ਇਲਾਵਾ ਆਪਾਂ ਨੋਟ, ਜਿਵੇਂ ਹੁਣ ਮੰਨ ਲਓ ਮੈਂ ਕਹਿ ਦੇਵਾਂ ਕਿ ਮੰਨ ਲਓ ਇੱਕ ਟੇਬਲ ਸੀਗਾ, ਇਹਦੇ ਵਿੱਚ ਮੈਂ ਇੱਕ ਪਾਰਟੀਕੂਲਰ ਨਾਮ ਲੱਭਣਾ ਰਾਮ, ਵੀ ਰਾਮ ਨਾਮ ਦਾ ਬੰਦਾ ਹੈਗਾ ਕਿ ਨਹੀਂ ਹੈਗਾਗਾ, ਤਾਂ ਉਹਦੇ ਵਾਸਤੇ ਆਪਾਂ ਨੋਟ ਐਗਜ਼ਿਸਟ ਵੀ ਯੂਜ਼ ਕਰ ਸਕਦੇ ਹਾਂ। ਜੇ ਆਪਾਂ ਕੋਈ ਵੈਲਿਊ ਲੱਭ ਲਈ 10 ਤੋਂ ਲੈ ਕੇ 25, ਨੋਟ ਬਿਟਵੀਨ ਵੀ ਹੋ ਸਕਦੀ ਹੈ, ਨੋਟ ਇਨ ਵੀ ਹੋ ਸਕਦੀ ਹੈ, ਤਾਂ ਇਹਨੂੰ ਆਪਾਂ ਕਹਿ ਦਿੰਦੇ ਹਾਂ ਨਿਗੇਟ ਆਪਰੇਟਰ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ, ਨਿਗੇਟ ਆਪਰੇਟਰ। ਹੁਣ ਔਰ ਜਿਵੇਂ ਤੁਹਾਨੂੰ ਮੈਂ ਦੋ ਕੰਡੀਸ਼ਨਾਂ ਦੱਸੀਆਂ ਸੀਗੀਆਂ ਵੀ ਏਜ ਕੀ ਹੈ ਗ੍ਰੇਟਰ ਦੈਨ 30 ਔਰ ਠੀਕ ਹੈ ਜੀ ਸੈਕਸ ਉਹਦਾ ਕੀ ਹੋਣਾ ਚਾਹੀਦਾ, ਮੇਲ ਹੋਣਾ ਚਾਹੀਦਾ। ਤੇ ਇਹਦੇ ਵਿੱਚ ਔਰ ਦਾ ਮਤਲਬ ਹੁੰਦਾ ਵੀ ਐਂਡ ਦੇ ਵਿੱਚ ਦੋਨੇ ਕੰਡੀਸ਼ਨਾਂ ਟਰੂ ਹੋਣੀ ਜ਼ਰੂਰੀ ਹੈ। ਇਹਦੇ ਵਿੱਚ ਜਾਂ ਤਾਂ ਉਹ ਬੰਦੇ ਦੀ ਏਜ 30 ਹੋਈ ਤਾਂ ਵੀ ਉਹ ਸਿਲੈਕਟ ਹੋ ਜਾਊਗਾ, ਜਾਂ ਫਿਰ ਉਹਦਾ ਜੈਂਡਰ ਕੀ ਹੋਇਆ, ਮੇਲ ਹੋਇਆ। ਠੀਕ ਹੈ, ਦੋਨਾਂ ਦੇ ਵਿੱਚ ਇੱਕ ਵੀ ਕੰਡੀਸ਼ਨ ਕੀ ਹੋਗੀ, ਟਰੂ ਹੋਗੀ, ਤਾਂ ਉਹ ਕੀ ਹੋ ਜਾਊਗਾ, ਟਰੂ ਹੋ ਜਾਊਗਾ, ਸਿਲੈਕਟ ਹੋ ਜਾਊਗਾ। ਤੇ ਯੂਨੀਕ ਹੁੰਦਾ ਜੀ ਆਪਣਾ ਯੂਨੀਕਨੈਸ ਵਾਸਤੇ। ਹੁਣ ਮੰਨ ਲਓ ਜਿਵੇਂ ਮੰਨ ਲਓ ਹੁਣ ਕਲਾਸ ਦੇ ਵਿੱਚ ਕੀ ਹੈ, ਇੱਕ ਰੋਲ ਨੰਬਰ ਹੁੰਦਾ, ਇੱਕ ਹੁੰਦਾ ਜੀ ਨੇਮ। ਰੋਲ ਨੰਬਰ ਇਹਦਾ 1 ਹੈ ਜੀ, ਇਹਦਾ ਨੇਮ ਹੈਗਾ ਜੀ, ਇਹਦਾ ਨੇਮ ਹੈਗਾ ਜੀ ਰਾਮ। ਰੋਲ ਨੰਬਰ 2 ਆ, ਇਹਦਾ ਨਾਮ ਹੈਗਾ ਜੀ ਸੀਤਾ। ਥਰਡ ਆ ਗਿਆ ਰੋਲ ਨੰਬਰ ਆ ਗਿਆ ਜੀ, ਇਹਦਾ ਨਾਮ ਹੈਗਾ ਜੀ ਰਾਜ। 4 ਆ ਗਿਆ ਜੀ ਰਾਮ। ਕਹਿੰਦਾ ਭਾਵ ਨਾਮ ਤਾਂ ਸੇਮ ਹੋ ਗਏ, ਬਟ ਆਪਾਂ ਪਤਾ ਕਿਵੇਂ ਲੱਗੂਗਾ ਵੀ ਇਹ ਫਲਾਨਾ ਰਾਮ ਹੈ, ਫਲਾਨਾ ਰਾਮ ਹੈ, ਇਹਦਾ ਰੋਲ ਨੰਬਰ ਵੱਖਰਾ ਵੱਖਰਾ ਹੋਊਗਾ। ਤੇ ਇਹ ਰੋਲ ਨੰਬਰ ਕੀ ਦੱਸ ਰਿਹਾ, ਇਹਦਾ ਯੂਨੀਕਨੈਸ ਦੱਸ ਰਿਹਾ। ਕੀ ਦੱਸ ਰਿਹਾ, ਯੂਨੀਕਨੈਸ ਦੱਸ ਰਿਹਾ। ਤਾਂ ਉਹਦੇ ਵਾਸਤੇ ਯੂਨੀਕ ਕੀਵਰਡ ਯੂਜ਼ ਹੁੰਦਾ। ਤਾਂ ਕਹਿਣ ਦਾ ਭਾਵ ਇਹ ਸਾਰੇ ਕੀ ਨੇ ਰਾਜੇ, ਆਪਰੇਟਰ ਨੇ ਜਿਹੜੇ ਕਿ ਤੁਹਾਡੇ SQL ਦੇ ਵਿੱਚ ਵਰਤੇ ਜਾਂਦੇ ਆ। ਤੇ ਆਈ ਹੋਪ ਤੁਹਾਨੂੰ ਇਹ ਸਾਰਾ ਕੁਝ ਬਹੁਤ ਵਧੀਆ ਸਮਝ ਆਇਆ ਹੋਊਗਾ ਬੇਟੇ। ਆਪਦੇ ਵੱਲੋਂ ਮੈਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਬਿਲਕੁਲ ਦੇਸੀ ਲੈਂਗੁਏਜ ਦੇ ਵਿੱਚ, ਸੌਖੀ ਭਾਸ਼ਾ ਦੇ ਵਿੱਚ ਕਰਾਇਆ ਜਾਵੇ। ਬਾਕੀ ਟਾਈਮ ਬਹੁਤ ਘੱਟ ਹੈਗਾ ਤੇ ਸਿਲੇਬਸ ਬਹੁਤ ਵਾਸਟ ਹੈ। ਘੱਟੋ ਘੱਟ ਮੈਂ ਕਹਿੰਦਾ ਵੀ ਜੇ ਮੈਂ ਸਾਲ ਵੀ ਮੈਨੂੰ ਦੋ ਤੁਸੀਂ ਤਾਂ ਵੀ ਸਿਲੇਬਸ ਨਾ ਪੂਰਾ ਹੋਵੇ। ਬਟ ਆਪਾਂ ਕੋਸ਼ਿਸ਼ ਹੈ ਇੱਕ ਕਿ ਆਪਾਂ ਲਗਭਗ ਦੇਖੋ, ਜੇ ਨੋਟਸ ਆਪਾਂ ਜਿਹੜੇ ਪ੍ਰਿਪੇਅਰ ਕਰਾਂਗੇ ਉੱਥੋਂ ਤਾਂ ਲਗਭਗ ਤੁਹਾਡਾ 80 ਤੋਂ 90% ਕਵਰ ਹੋ ਜਾਊਗਾ। ਬਾਕੀ ਆਪਾਂ ਇਹ ਕੋਸ਼ਿਸ਼ ਵੀ ਹੈਗੀ YouTube ਤੇ ਵੀ ਆਪਾਂ ਘੱਟੋ ਘੱਟ ਜ਼ਿਆਦਾ ਨਹੀਂ ਤਾਂ 50% ਤਾਂ ਕਵਰ ਕਰ ਹੀ ਲਵਾਂਗੇ। ਇੰਨਾ ਕੁ ਤਾਂ ਮੈਂ ਤੁਹਾਡੇ ਨਾਲ ਵਾਅਦਾ ਕਰਦਾ। ਠੀਕ ਹੈ ਜੀ, ਤੇ ਠੀਕ ਹੈ ਜੀ, ਵੀਡੀਓ ਨੂੰ ਕਰ ਦਿਓ ਲਾਈਕ, ਸ਼ੇਅਰ ਵੀ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਹਾਂ ਜੀ ਆਪਾਂ ਕੱਲ ਨਵੀਂ ਵੀਡੀਓ ਦੇ ਨਾਲ। ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।